ਸੋ ਜਲੰਧਰ ਜ਼ਿਮਨੀ ਚੋਣ ਦੇ ਲਈ ਚੋਣ ਪ੍ਰਚਾਰ ਰੁਕ ਗਿਆ ਕਿਉਂਕਿ 48 ਘੰਟੇ ਪਹਿਲਾਂ ਚੋਣ ਪ੍ਰਚਾਰ ਜਿਹੜਾ ਉਹ ਬੰਦ ਕਰ ਦਿੱਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਹੁਣ ਜਿਹੜੇ ਉਮੀਦਵਾਰ ਨੇ ਉਹ ਡੋਰ ਟੂ ਡੋਰ ਪ੍ਰਚਾਰ ਕਰ ਸਕਦੇ ਨੇ। ਆਖਰੀ ਦਿਨ ਤੱਕ ਸਾਰੀਆਂ ਪਾਰਟੀਆਂ ਵੱਲੋਂ ਪੂਰਾ ਜ਼ੋਰ ਲਾਇਆ ਗਿਆ। ਸਾਰੀਆਂ ਪਾਰਟੀਆਂ ਨੇ ਆਪਣੀ ਪੂਰੀ ਤਾਕਤ ਝੋਂਕੀ। 10 ਮਈ ਨੂੰ ਵੋਟਾਂ ਪੈਣੀਆਂ ਨੇ, 13 ਨੂੰ ਨਤੀਜੇ ਆਉਣੇ ਨੇ ਔਰ ਜਲੰਧਰ ਦੇ ਵਿੱਚ ਸਰਕਾਰੀ ਛੁੱਟੀ ਹੈ 10 ਤਰੀਕ ਨੂੰ, ਯਾਨੀ ਜਿਨ੍ਹਾਂ ਨੇ ਵੋਟਾਂ ਦੇ ਵਿੱਚ ਹਿੱਸਾ ਲੈਣਾ ਹੈ ਸਰਕਾਰੀ ਛੁੱਟੀ ਰਹੇਗੀ ਜਲੰਧਰ ਦੇ ਵਿੱਚ 10 ਤਰੀਕ ਦੀ ਔਰ ਪ੍ਰਚਾਰ ਖਤਮ ਹੋ ਗਿਆ। ਹਰ ਪਾਰਟੀ ਨੇ ਪੂਰਾ ਜ਼ੋਰ ਲਾਇਆ। 4 ਮੁੱਖ ਧਿਰਾਂ ਨੇ, ਆਮ ਆਦਮੀ ਪਾਰਟੀ ਸੱਤਾਧਾਰੀ ਧਿਰ, ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ। 4 ਪਾਰਟੀਆਂ ਦੇ ਵਿੱਚ ਮੁੱਖ ਤੌਰ ਤੇ ਮੁਕਾਬਲਾ ਹੈ ਔਰ ਸਾਰੀਆਂ ਪਾਰਟੀਆਂ ਦੇ ਦਾਅਵੇ ਬੜੇ ਮਜ਼ਬੂਤ ਨੇ। ਇਸ ਚੋਣ ਪ੍ਰਚਾਰ ਦੇ ਵਿੱਚ ਬਹੁਤ ਕੁਝ ਵੱਖਰਾ ਦੇਖਣ ਨੂੰ ਮਿਲਿਆ। ਕਿਤੇ ਕਿਤੇ ਇਹ ਲੱਗਿਆ ਕਿ ਮੁੱਦਿਆਂ ਤੋਂ ਹਟ ਕੇ ਆਪਸੀ ਬਿਆਨਬਾਜ਼ੀ ਜਾਂ ਆਪਸੀ ਇਲਜ਼ਾਮ ਤਰਾਸ਼ੀ ਤੇ ਜ਼ਿਆਦਾ ਜ਼ੋਰ ਦਿੱਤਾ ਗਿਆ। ਬਹੁਤ ਸਾਰੇ ਬਿਆਨਾਂ ਦੇ ਵਿੱਚ ਇਹ ਦੇਖਣ ਨੂੰ ਆਇਆ, ਚਾਹੇ ਕਿਸੇ ਵੀ ਪਾਰਟੀ ਦੇ ਆਗੂ ਹੋਣ, ਪਰ ਲੋਕ ਕੀ ਚਾਹੁੰਦੇ ਨੇ, ਲੋਕਾਂ ਦੇ ਮੁੱਦੇ ਕੀ ਨੇ ਔਰ ਕਿਹੜੀ ਪਾਰਟੀ ਦਾਅਵਾ ਕਰਦੀ ਹੈ। ਅੱਜ ਇਸ ਸਭ ਤੇ ਗੱਲਬਾਤ ਕਰਾਂਗੇ। जी जो पार्लियामेंट्री के हमारे बाई इलेक्शन हो रहे हैं उसमें 16,21,800 जो हमारे पास वोटर है और 1972 पोलिंग स्टेशन एस्टैब्लिश किए गए हैं और इसके मद्देनज़र 497 जो हमने बूथ हैं उनको एज अ सेंसिटिव डिक्लेयर किया है जहां हम माइक्रो ऑब्जर्वर लगा रहे हैं और इसके अलावा जैसे कमीशन की इंस्ट्रक्शन है सब 1972 बूथ पे हम वेबकास्टिंग की जो फैसिलिटी है उसको मॉनिटर करने के लिए हमने एस्टैब्लिश किया है और इस वेबकास्टिंग फैसिलिटी के थ्रू जितनी भी जब वोटिंग होगी सुबह 6 बजे मॉक पोल स्टार्ट हो जाती है, उसके बाद एंड ऑफ पोल तक जो लाइव टेलीकास्ट है वो हमारे पास यहाँ पे मेरे ऑफिस में सीओ और इलेक्शन कमीशन के पास अवेलेबल रहेगा। कितने बजे से पोलिंग स्टार्ट हो जाएगी, कितने बजे तक है और इसके लिए कुछ स्पेशल भी आपने? मॉर्निंग 8 o'clock से जी पोलिंग का टाइम जो है वो स्टार्ट हो जाता है और 8 बजे से जो भी अपना वोटर है वो अपना क्यू में लग के वोटिंग डालना स्टार्ट कर सकता है और 55 जो बूथ है हमने एस्टैब्लिश किए हैं जहां पे बेसिकली एक मॉडल पोलिंग स्टेशन हो गए। 9 हमारे पास असेंबली कंस्टिट्यूएंसी है। हर एक असेंबली कंस्टिट्यूएंसी में एक बूथ ऐसा है जहां जो सिर्फ और सिर्फ महिलाओं द्वारा सारे का सारा उसको संचालित किया जाएगा और एक बूथ जो है वो PWDs जो दिव्यांग हैं उनकी तरफ से संचालित किया जाएगा सारा बूथ। और इसके आपके माध्यम के थ्रू मैं ये भी बताना चाहता हूँ कि जो कमीशन की ऐप है एक सक्षम ऐप, उसके थ्रू PWD वोटर्स अगर कोई खास तौर पे कोई अपनी सहूलत या कोई किसी तरह की कुछ जिम्मेवारी चाहते हैं हमारे ऊपर तो वो भी अपनी ऐप के थ्रू हमें बता सकते हैं। और स्पेशली जो दिव्यांग वोटर हैं जो देख नहीं सकते उनके लिए ब्रेल के जो बैलेट पेपर हैं वो भी हमारे पास हर 1972 बूथ पे हमने अरेंज करवाए हैं। कुछ इस तरह भी बनाया गया है कि पोलिंग जरा अच्छी रहे और लोग ਤਾਂ ਡਿਪਟੀ ਕਮਿਸ਼ਨਰ ਜਾਣਕਾਰੀ ਦੇ ਰਹੇ ਸੀ ਕਿਸ ਤਰੀਕੇ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ, ਕਿੰਨੇ ਬੂਥ ਬਣਾਏ ਗਏ ਨੇ, ਕਿਵੇਂ ਇਸ ਪੂਰੀ ਚੋਣ ਪ੍ਰਕਿਰਿਆ ਨੂੰ ਸਿਰੇ ਚੜਾਇਆ ਜਾਏਗਾ। ਇਹ ਤਕਨੀਕੀ ਪੱਖ ਹੈ ਜਿਸ ਬਾਰੇ ਜਾਣਕਾਰੀ ਡਿਪਟੀ ਕਮਿਸ਼ਨਰ ਦੇ ਰਹੇ ਸੀ, ਪਰ ਅਸਲ ਜਿਹੜੀ ਚੋਣਾਂ ਦੀ ਜੰਗ ਹੈ ਉਹਦੇ ਵਿੱਚ ਕੀ ਹੋਣ ਵਾਲਾ ਹੈ, ਕਿਹੜੀਆਂ ਪਾਰਟੀਆਂ ਦੇ ਕੀ ਦਾਅਵੇ ਨੇ, ਕਿਉਂਕਿ ਸੱਤਾਧਾਰੀ ਪਾਰਟੀ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਸੱਤਾਧਾਰੀ ਪਾਰਟੀ ਦਾ ਐਜ ਹੁੰਦਾ ਜਦੋਂ ਕੋਈ ਵੀ ਜਿਮਨੀ ਚੋਣ ਹੋਵੇ। ਸੋ ਐਸੇ ਵਿੱਚ ਸੱਤਾਧਾਰੀ ਪਾਰਟੀ ਦੇ ਸਾਹਮਣੇ ਕੀ ਚੁਣੌਤੀਆਂ ਨੇ ਤੇ ਉਸ ਦੇ ਸਾਹਮਣੇ ਜਿਹੜੀਆਂ ਪਾਰਟੀਆਂ ਨੇ, ਅਕਾਲੀ ਦਲ ਹੋਵੇ, BJP ਹੋਵੇ, ਕਾਂਗਰਸ ਪਾਰਟੀ ਹੋਵੇ, ਕਿਉਂਕਿ ਲੋਕ ਸਭਾ ਦੀ ਐਸੀ ਪਹਿਲੀ ਚੋਣ ਹੈ, ਸੰਗਰੂਰ ਦੀ ਪਹਿਲਾਂ ਹੋਈ ਸੀ, ਉਸ ਤੋਂ ਬਾਅਦ ਹੁਣ ਦੂਸਰੀ ਹੈ ਜਿੱਥੇ ਅਕਾਲੀ BJP ਵੱਖਰੇ ਤੌਰ ਤੇ ਲੜ ਰਹੇ ਨੇ ਔਰ ਉਧਰੋਂ ਕਾਂਗਰਸ ਪਾਰਟੀ ਦਾ ਕਿਉਂਕਿ ਗੜ੍ਹ ਹੈ, ਇਸ ਕਰਕੇ ਕਾਂਗਰਸ ਦੇ ਸਾਹਮਣੇ ਆਪਣਾ ਗੜ ਬਚਾਉਣ ਦੀ ਚੁਣੌਤੀ ਹੈ। ਸੋ ਸਾਰੀਆਂ ਪਾਰਟੀਆਂ ਕਿਸ ਲਿਹਾਜ਼ ਨਾਲ ਦੇਖ ਰਹੀਆਂ ਨੇ, ਚਰਚਾ ਕਰਦੇ ਹਾਂ। ਮਹਿਮਾਨ ਸਾਡੇ ਨਾਲ ਜੁੜੇ ਨੇ, ਪਹਿਲਾਂ ਉਹਨਾਂ ਦਾ ਤਾਰੁਫ ਕਰਵਾਉਣੇ ਆ। ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਜਗਤਾਰ ਸਿੰਘ ਸੰਘੇੜਾ ਸਾਹਿਬ ਨੇ, ਕਾਂਗਰਸ ਪਾਰਟੀ ਤੋਂ ਸਾਡੇ ਨਾਲ ਜੁੜੇ ਨੇ ਸਾਡੇ ਮਹਿਮਾਨ ਕਿੰਗਰਾ ਸਾਹਿਬ ਔਰ ਸਾਡੇ ਨਾਲ ਨੇ ਅਕਾਲੀ ਦਲ ਤੋਂ ਹਰੀਸ਼ ਰਾਏ ਟਾਂਡਾ ਸਾਹਿਬ ਔਰ ਸਾਡੇ ਨਾਲ BJP ਤੋਂ ਨੇ SS ਚੰਨੀ ਸਾਹਿਬ। ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਮਹਿਮਾਨਾਂ ਦਾ। ਸ਼ੁਰੂਆਤ ਮੈਂ ਕਰੂੰਗਾ ਸੱਤਾਧਾਰੀ ਪਾਰਟੀ ਤੋਂ। ਸੰਘੇੜਾ ਸਾਹਿਬ ਤੁਸੀਂ ਕਿਸ ਲਿਹਾਜ਼ ਨਾਲ, ਕਿਉਂਕਿ ਚੁਣੌਤੀਆਂ ਤਾਂ ਦੇਖੋ ਹਰ ਪਾਰਟੀ ਦੇ ਸਾਹਮਣੇ ਹੁੰਦੀਆਂ ਪਰ ਸਭ ਤੋਂ ਵੱਧ ਚੁਣੌਤੀਆਂ ਜਿਹੜੀਆਂ ਹੁੰਦੀਆਂ ਉਹ ਸੱਤਾਧਾਰੀ ਧਿਰ ਦੇ ਸਾਹਮਣੇ। 1 ਸਾਲ ਹੋਇਆ ਤੁਹਾਡੀ ਪਾਰਟੀ ਨੂੰ ਔਰ 1 ਸਾਲ ਦੀ ਪਰਫਾਰਮੈਂਸ ਹੈ ਇੱਕ ਤਰੀਕੇ ਨਾਲ ਜਿਸ ਦਾ ਨਤੀਜਾ ਸਾਹਮਣੇ ਆਉਣ ਵਾਲਾ ਹੈ। ਸੋ ਕਿਹੜੇ ਹਿਸਾਬ ਨਾਲ ਤੁਸੀਂ ਦੇਖਦੇ ਹੋ ਇਹਨਾਂ ਚੁਣੌਤੀਆਂ ਨੂੰ ਔਰ ਕੀ ਪਾਰਟੀ ਇਹ ਸਾਰੀਆਂ ਚੁਣੌਤੀਆਂ ਸਰ ਕਰ ਪਾਏਗੀ? ਖਾੜ ਸਾਹਿਬ ਜਿਹੜੀਆਂ ਵੀ ਚੁਣੌਤੀਆਂ ਹੈਗੀਆਂ ਆ, ਆਮ ਆਦਮੀ ਪਾਰਟੀ ਉਹਦੇ ਲਈ ਪੂਰੀ ਤਰ੍ਹਾਂ ਤਿਆਰ ਹੈ ਔਰ ਅਸੀਂ ਪਹਿਲੇ ਸਾਲ ਦੇ ਵਿੱਚ ਹੀ
ਸਭ ਤੋਂ ਵੱਧ ਕੰਮ ਕੀਤੇ ਆ। ਪਿਛਲੀਆਂ ਪਾਰਟੀਆਂ ਜਿਹੜੀਆਂ ਵੀ ਆਉਂਦੀਆਂ ਸੀਗੀਆਂ ਉਹ ਲਾਸਟ ਈਅਰ 'ਚ ਥੋੜਾ ਬਹੁਤ ਠੀਆ ਠੱਪਾ ਜਿਹਾ ਕਰਦੇ ਸੀਗੇ, ਉਦੋਂ ਵੀ ਇੰਨੇ ਕੰਮ ਨਹੀਂ ਸੀ ਕਰਦੇ ਜਿੰਨੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਨੇ ਪਹਿਲੇ ਸਾਲ 'ਚ ਹੀ ਕਰਤੇ ਆ। ਸ਼ੁਰੂ ਤੋਂ ਲੈ ਕੇ ਬਿਜਲੀ ਫ੍ਰੀ ਕਰਨੀ ਜੁਲਾਈ ਦੇ ਵਿੱਚ, ਉਸ ਤੋਂ ਪਹਿਲਾਂ ਹੀ ਨੌਕਰੀਆਂ ਦੇਣੀਆਂ ਸ਼ੁਰੂ ਕਰ ਦੇਣੀਆਂ ਲਗਾਤਾਰ ਨੌਜਵਾਨਾਂ ਨੂੰ, ਤੇ ਹੋਰ ਵੀ ਸਾਰੀਆਂ ਮੰਗਾਂ ਜਿੰਨੀਆਂ ਵੀ ਹੈਗੀਆਂ ਅਸੀਂ ਇੱਕ ਲੜੀ ਆ ਉਹਨਾਂ ਦੀ ਤੇ ਆਪਾਂ ਅਲੱਗ ਬਹਿਸ ਕਰਦੇ ਰਹੇ ਹਾਂ। ਉਹਦੇ ਨਾਲ ਜਿਹੜੀ ਹੁਣ ਇਲੈਕਸ਼ਨ ਦੌਰਾਨ ਹੈ, ਅਸੀਂ ਲੋਕਾਂ ਨੂੰ ਇਹ ਸਾਰੀਆਂ ਗੱਲਾਂ ਬਾਰ-ਬਾਰ ਦੱਸਣ 'ਚ ਸਫਲ ਹੋਏ ਆ। ਥਾਂ ਲੋਕਾਂ ਨੇ ਸਾਨੂੰ ਬਿੱਲ ਦਿਖਾਏ ਆ ਵੀ ਮੇਰਾ ਵੀ ਬਿੱਲ 0 ਆ ਗਿਆ, ਬਹੁਤ ਖੁਸ਼ ਹੋ ਕੇ ਦਿਖਾਏ ਆ। ਔਰ ਬਾਕੀ ਗੱਲਾਂ ਤੇ ਵੀ ਸਾਰਿਆਂ ਨੇ ਕਿਹਾ ਕਿ ਐਕਟੀਵਿਟੀ ਬਹੁਤ ਜ਼ਿਆਦਾ ਆ ਮਾਨ ਸਾਹਿਬ ਦੀ, ਪਹਿਲੇ ਤਾਂ ਅੰਦਰੋਂ ਹੀ ਨਹੀਂ ਸੀ ਨਿਕਲੇ। ਉਸ ਤੋਂ ਪਹਿਲੇ ਜਿਹੜੇ ਆ ਉਹਨਾਂ ਨੇ ਵੀ ਬਹੁਤ ਪੰਜਾਬ ਦਾ ਨੁਕਸਾਨ ਕੀਤਾ ਸੀਗਾ। ਪਹਿਲੀ ਸਰਕਾਰ ਹੈ ਜੋ ਪੋਜ਼ਿਟਿਵ ਕਰਦੀ ਹੋਈ ਬੜੀ ਐਕਟਿਵ ਦਿਖਾਈ ਦੇ ਰਹੀ ਆ। ਔਰ ਪਹਿਲੇ ਮੁੱਖ ਮੰਤਰੀ ਆ ਜਿਹੜੇ ਲਗਾਤਾਰ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ, ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ, ਪੰਜਾਬ ਨੂੰ ਪਹਿਲਾਂ ਵਰਗਾ ਰੰਗਲਾ ਪੰਜਾਬ ਬਣਾਉਣ ਲਈ ਤਤਪਰ ਰਹਿੰਦੇ ਆ। ਔਰ ਜਿੰਨੀ ਕੁ ਬਰਾੜ ਸਾਹਿਬ ਰਹਿੰਦੀ ਖੁੰਦੀ ਕਸਰ ਸੀਗੀ ਨਾ ਜਿਹੜੀ ਅਸੀਂ ਲੋਕਾਂ ਨੂੰ ਨਹੀਂ ਸੀ ਦੱਸ ਪਾਏ, ਉਹ ਮੁੱਖ ਮੰਤਰੀ ਸਾਹਿਬ ਨੇ, ਭਗਵੰਤ ਮਾਨ ਸਾਹਿਬ ਨੇ ਜਦੋਂ ਖੁਦ ਸਾਡੇ ਕੋਲ ਆ ਕੇ ਇੱਥੇ ਡੇਰੇ ਲਾ ਲਏ, ਤੇ ਉਸ ਤੋਂ ਵੀ ਉੱਪਰ ਜਦੋਂ ਅਰਵਿੰਦ ਕੇਜਰੀਵਾਲ ਸਾਹਿਬ ਵੀ ਇੱਥੇ ਆ ਕੇ ਬੈਠ ਗਏ ਤੇ ਲੋਕਾਂ 'ਚ ਉਹਦਾ ਬਹੁਤ ਪੋਜ਼ਿਟਿਵ ਅਕਸ ਗਿਆ। ਪਹਿਲੀ ਗੱਲ ਤਾਂ ਦੋਨੇ ਹੀ ਸਾਡੇ ਮਹਿਬੂਬ ਨੇਤਾ ਨੇ ਰਾਸ਼ਟਰ ਪੱਧਰ ਦੇ, ਸਾਡੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਬਹੁਤ ਹਰਮਨ ਪਿਆਰੇ ਨੇ। ਉਹਦੇ ਨਾਲ ਜਿਹੜੀ ਮਾੜੀ ਮੋਟੀ ਕਸਰ ਸੀਗੀ ਬਾਕੀ ਉਹ ਵੀ ਨਿਕਲ ਗਈ ਆ, ਜਿਹੜਾ ਸਾਨੂੰ ਥੋੜੇ ਬਹੁਤ ਹਾਦਸੇ ਸੀਗੇ ਰੋਡ ਸ਼ੋਅ ਕੀਤੇ ਆ, ਹੋਰ ਜਿਹੜੀ ਕੀਤੀ ਆ। ਔਰ ਡੋਰ ਟੂ ਡੋਰ ਮੈਂ ਤਾਂ ਸਗੋਂ ਧੰਨਵਾਦੀ ਆ ਸਾਰੇ ਪੰਜਾਬ ਦੇ ਜਿੱਥੋਂ ਵੀ ਵਲੰਟੀਅਰਸ ਆਏ ਆ, ਉਹਨਾਂ ਨੇ ਕੋਈ ਦਰਵਾਜ਼ਾ ਏਦਾਂ ਦਾ ਨਹੀਂ ਰਿਹਾ ਜਿਹੜਾ ਅਸੀਂ ਖੜਕਾਇਆ ਨਾ ਹੋਵੇ, ਚਾਹੇ ਪਿੰਡਾਂ ਦਾ, ਚਾਹੇ ਸ਼ਹਿਰ ਦਾ, ਚਾਹੇ ਉਹ ਕਾਂਗਰਸੀ ਹੋਵੇ, ਚਾਹੇ ਅਕਾਲੀ ਹੋਵੇ, ਚਾਹੇ ਆਮ ਆਦਮੀ ਪਾਰਟੀ ਦਾ ਹੋਵੇ, ਚਾਹੇ ਨਿਰਪੱਖ ਹੋਵੇ। ਅਸੀਂ ਹਰ ਜਗ੍ਹਾ ਆਪਣੇ ਕੰਮਕਾਜ ਬਾਰੇ ਦੱਸਿਆ ਆ। ਔਰ ਬਾਕੀ ਫੈਸਲਾ ਲੋਕਾਂ ਦੇ ਹੱਥ ਹੈ, ਸਾਨੂੰ ਗਿਲਾ ਕੋਈ ਨਹੀਂ, ਅਸੀਂ ਪੂਰੇ ਆਸਵੰਦ ਹੈ। ਔਰ ਕੁਝ ਪਾਰਟੀਆਂ ਦਾ ਪੂੰਜੀਆਂ ਹੀ ਗਈਆਂ ਬਿਲਕੁਲ, ਜਿੱਦਾਂ ਸ਼੍ਰੋਮਣੀ ਅਕਾਲੀ ਦਲ ਹੈ, ਭਾਜਪਾ ਹੈਗੀ ਆ, ਇਹ ਤਾਂ ਬਿਲਕੁਲ ਸੀਨ ਚੋਂ ਨਿਕਲ ਗਿਆ। ਕਿੰਗਰਾ ਸਾਹਿਬ ਨੂੰ ਸ਼ਾਇਦ ਥੋੜੀ ਬਹੁਤ ਵੋਟ ਪੈ ਜਾਵੇ, ਪਰ ਇਹਨਾਂ ਦਾ ਜਿਹੜਾ ਕੈਂਡੀਡੇਟ ਦਾ ਬੇਟਾ ਆ ਫਲੋਰ ਤੋਂ, ਜਿਹੜਾ ਐਮਐਲਏ ਆ, ਉਹ ਫਲੋਰ ਤੋਂ ਵੀ ਹਾਰੇਗਾ, ਇਹ ਮੈਂ ਦਾਅਵੇ ਨਾਲ ਕਹਿ ਰਿਹਾ। ਤੇ ਵੱਡੀ ਲੀਡ ਨਾਲ ਸੁਸ਼ੀਲ ਰਿੰਕੂ ਜੀ, ਚਲੋ ਮੈਂ ਪਹਿਲਾਂ ਕਿੰਗਰਾ ਸਾਹਿਬ ਤੋਂ ਹੀ ਜਵਾਬ ਲੈ ਲੈਣਾ। ਵਰਕਾਂ ਦੀ ਹਮਾਇਤ ਪ੍ਰਾਪਤ ਹੈ। ਕਿੰਗਰਾ ਸਾਹਿਬ ਤੁਸੀਂ ਤਾਂ ਕਹਿੰਦੇ ਥੋੜਾ ਬਹੁਤ ਬਾਜੋ, ਬਾਕੀ ਤੇ ਮੈਦਾਨ ਸਾਫ਼ ਹੈ। ਹੁਣ ਉਧਰੋਂ ਵੀ ਮੈਂ ਲਊਂਗਾ, ਢਾਡਾ ਸਾਹਿਬ ਬੈਠੇ ਨੇ। ਵਿਜੇਪਾਲ ਜੀ, ਗੱਲ ਇਹ ਹੈ ਵੀ ਕੈਂਪੇਨ ਜਿਹੜਾ ਉਹ 5 ਵਜੇ ਖਤਮ ਹੋ ਗਿਆ ਤੇ ਸਿੰਗੜਾ ਸਾਹਿਬ ਨੂੰ ਤਾਂ ਐ ਲੱਗਿਆ ਕਿ ਆ ਟੀਚਰ ਤੇ ਕੰਪੇਨ ਕਰਨ ਦਾ ਮੌਕਾ ਹੈ ਤੇ ਮੈਂ ਕਰ ਹੀ ਲਵਾਂ ਕੰਪੇਨ। ਵੇਖੋ ਮੈਂ ਜੋਤਸ਼ੀ ਤਾਂ ਹੈ ਨਹੀਂਗਾ, ਮੈਂ ਤਾਂ ਇੱਕ ਸਾਇੰਟੀਫਿਕ ਐਨਾਲਿਸਿਸ ਕਰਨ ਵਾਲਾ ਬੰਦਾ ਹੈਗਾ। ਔਰ ਮੈਂ ਇਹਨਾਂ ਨੂੰ ਪਹਿਲਾਂ ਵੀ ਕਈ ਵਾਰੀ ਮੈਸੇਜ ਕਰਕੇ ਦੱਸਿਆ, 2017 ਚ ਮੈਂ ਕਿਹਾ ਸੀਗਾ, ਤੁਹਾਡੇ ਨਾਲ ਹੀ ਇੰਟਰਵਿਊ ਸੀ ਉਦੋਂ ਵਿਜੇਪਾਲ ਜੀ, ਜਦੋਂ ਮੈਂ ਕਿਹਾ ਸੀ 20 ਸੀਟਾਂ ਤੋਂ ਵੱਧ ਆ ਗਈਆਂ ਤਾਂ ਮੈਂ ਰਿਜ਼ਾਈਨ ਕਰ ਦੂੰਗਾ ਸਾਰੀ ਪੋਲਿਟਿਕਸ ਚੋਂ। ਤੇ 20 ਆਈਆਂ ਸੀ ਇਹਨਾਂ ਨੂੰ। ਇਹਨਾਂ ਨੇ ਕਿਹਾ ਸੀ ਤਲਵੰਡੀ ਸਾਬੋ ਕਿੰਨੀਆਂ ਵੋਟਾਂ ਮਿਲਣਗੀਆਂ, ਮੈਂ ਕਿਹਾ ਸੀ 14,000 ਮਿਲਣਗੀਆਂ, 13,995 ਵੋਟਾਂ ਮਿਲੀਆਂ ਸੀ। ਲਓ ਮੈਂ ਤੁਹਾਨੂੰ ਅੱਜ ਦੱਸਦਾ ਕਿ ਮੈਂ ਐਨਾਲਿਸਟ ਹਾਂ। ਆਪਾਂ ਕੈਂਡੀਡੇਟ ਕੰਪੇਅਰ ਕਰੀਏ, ਸਾਡੀ ਕੈਂਡੀਡੇਟ ਬੀਬੀ ਕਮਲਜੀਤ ਕੌਰ ਸਭ ਤੋਂ ਵੱਧ ਪੜ੍ਹੀ ਲਿਖੀ ਕੈਂਡੀਡੇਟ ਹੈ। ਔਰ ਤੁਸੀਂ ਆਪ ਆਖਿਆ ਕਾਂਗਰਸ ਦਾ ਗੜ੍ਹ ਹੈ। ਚੌਧਰੀ ਸੰਤੋਖ ਸਿੰਘ ਹੋਰਾਂ ਦੀ ਇੱਕ ਛਵੀ ਸੀ, ਮੈਂ ਬਹੁਤ ਨਿੱਜੀ ਤੌਰ ਤੇ ਉਹਨਾਂ ਨੂੰ ਜਾਣਦਾ ਸੀ। ਚੌਧਰੀ ਸੰਤੋਖ ਸਿੰਘ ਹੋਰਾਂ ਵਰਗਾ ਲੀਡਰ ਜਲੰਧਰ ਪੈਦਾ ਕਰ ਨਹੀਂ ਸਕਿਆ। ਉਹ ਬਹੁਤ ਹੀ ਜ਼ਬਰਦਸਤ ਲੀਡਰ ਸੀਗੇ, ਪਰਮਾਤਮਾ ਨੇ ਖੋਲਿਆ, ਪਰ ਉਹਨਾਂ ਦੀ ਹੁਣ ਜਿਹੜੀ ਪਤਨੀ ਹੈ ਉਹ ਉਸ ਤੋਂ ਵੀ ਚੰਗਾ ਲੀਡਰ ਬਣ ਕੇ ਸਾਬਤ ਹੋਏਗੀ। ਤੀਜੀ ਗੱਲ ਜਿਹੜੀ ਹੈਗੀ ਹੈ ਕਿ ਦੋ ਪਾਰਟੀਆਂ ਦੇ ਕੋਲੇ ਤਾਂ ਕੈਂਡੀਡੇਟ ਹੀ ਹੈ ਨਹੀਂ ਸੀ। ਤੁਸੀਂ ਆਧਾਰਾ ਕੈਂਡੀਡੇਟ ਲੈ ਕੇ ਖੜਾ ਕੀਤਾ, ਫਿਰ ਕਹਿੰਦੇ ਹੋ ਅਸੀਂ ਪਹਿਲੇ ਨੰਬਰ ਤੇ ਆਵਾਂਗੇ। ਚੌਥੀ ਜਿਹੜੀ ਗੱਲ ਹੈ, ਮੈਂ ਸੋਸ਼ਲ ਮੀਡੀਆ ਬਹੁਤਾ ਦੇਖਦਾ ਨਹੀਂਗਾ, ਮੈਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਫਰਾਡ ਹੁੰਦਾ ਹੈ, ਪਰ ਇਹਨਾਂ 10-15 ਦਿਨਾਂ 'ਚ ਮੈਂ ਮਹੀਨਾ ਆਇਆ ਹੈਗਾ। 9 ਤਰੀਕ ਨੂੰ ਪਹੁੰਚ ਗਿਆ ਸੀ ਮੈਂ ਜਲੰਧਰ, 5 ਦਿਨ ਵਿੱਚੋਂ ਗਾਇਬ ਰਿਹਾ ਮੈਂ ਉੱਥੋਂ, ਮੈਂ ਬਿਮਾਰ ਹੋ ਗਿਆ ਸੀ, ਬਾਕੀ ਮੈਂ ਜਲੰਧਰ ਹੀ ਲਾਇਆ। ਸੋਸ਼ਲ ਮੀਡੀਆ ਦੇ ਵਿੱਚ ਮੈਂ ਸੰਘੇੜਾ ਸਾਹਿਬ ਨੂੰ ਚੈਲੰਜ ਕਰਕੇ ਕਹਿਣਾ, ਮੇਰੇ ਫਰੈਂਡ ਲਿਸਟ ਜਿਹੜੀ ਹੈ 7,500 ਦੀ, ਉਹਦੇ ਵਿੱਚ ਕੋਈ 2500-2600 ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ਆ, ਕਿਉਂਕਿ ਮੈਂ ਵੀ ਇਹਨਾਂ 'ਚੋਂ ਸੀ ਕਿਸੇ ਵੇਲੇ। ਮੈਂ ਪੋਸਟ ਐਸੀ ਨਹੀਂ ਦੇਖੀ ਜਿਹੜੀ ਇਹ ਕਹਿੰਦੀ ਹੋਵੇ ਕਿ ਆਮ ਆਦਮੀ ਪਾਰਟੀ ਜਿੱਤੂਗੀ। ਇੱਕ ਵੀ ਮੈਨੂੰ ਸੰਘੇੜਾ ਸਾਹਿਬ ਵਿਖਾ ਦੇਣ ਜੇ ਇਹਨਾਂ ਨੇ ਕੋਈ ਵੇਖੀ ਹੈ ਤਾਂ ਮੈਂ ਖੁਸ਼ ਹੋਊਂਗਾ ਵੇਖ ਕੇ। ਇੱਕ ਵੀ ਪੋਸਟ ਨਹੀਂ। ਜਿਹੜੇ ਕੱਟੜ ਜਿਹੜੇ ਆ ਉਹਨਾਂ ਨੇ ਪਤਾ ਕੀ ਲਿਖਿਆ, ਜੇ ਰਿੰਕੂ ਨੂੰ ਵੋਟ ਪਾਉਣੀ ਤਾਂ ਫਿਰ ਕਾਂਗਰਸ ਨੂੰ ਹੀ ਪਾ ਦਿਆਂਗੇ, ਰਿੰਕੂ ਤਾਂ ਉੱਪਰ ਹੀ ਆਇਆ। ਇਹੋ ਜਿਹੇ ਕਮੈਂਟ ਲੋਕਾਂ ਨੇ ਦਿੱਤੇ। ਲੋਕਾਂ ਨੇ ਅੱਛਾ, ਤੀਜੀ ਗੱਲ ਵੇਖੋ, ਕਹਿੰਦੇ ਨੇ ਕਾਠ ਦੀ ਹਾਂਡੀ ਜਿਹੜੀ ਆ ਉਹ ਬਾਰ-ਬਾਰ ਨਹੀਂ ਚੜ੍ਹਦੀ। ਇਹ ਕੋਈ ਕਹਾਵਤ ਮੈਂ ਬਣਾਈ,
ਨਾ ਹੀ ਇਹ ਕਹਾਵਤ ਸੰਘੇੜਾ ਸਾਹਿਬ ਨੇ ਬਣਾਈ ਹੈ। ਇਹ ਬੜੇ ਬੜੇ ਸਾਇੰਸਦਾਨਾਂ ਨੇ 100-200 ਸਾਲ ਜਿਹੜਾ ਹੈ ਨਾ ਉਹ ਤੁਸੀਂ ਇਹ ਰਿਸਰਚ ਕਰਕੇ ਕਹਾਵਤਾਂ ਬਣੀਆਂ ਨੇ। ਫਿਰ ਤੀਜੀ ਗੱਲ ਜਿਹੜੀ ਹੈਗੀ ਹੈ, ਕਹਿੰਦੇ ਨੇ ਤੁਸੀਂ ਬਹੁਤ ਸਾਰੀ ਦੁਨੀਆ ਨੂੰ ਥੋੜੇ ਸਮੇਂ ਵਾਸਤੇ ਬੇਵਕੂਫ ਬਣਾ ਸਕਦੇ ਹੋ ਤੇ ਬਹੁਤ ਥੋੜੇ ਲੋਕਾਂ ਨੂੰ ਜ਼ਿਆਦਾ ਸਮੇਂ ਵਾਸਤੇ ਬੇਵਕੂਫ ਬਣਾ ਸਕਦੇ ਹੋ, ਪਰ ਤੁਸੀਂ ਬਹੁਤੇ ਸਾਰੇ ਲੋਕਾਂ ਨੂੰ ਬਹੁਤੇ ਸਮੇਂ ਵਾਸਤੇ ਬੇਵਕੂਫ ਨਹੀਂ ਬਣਾ ਸਕਦੇ। ਇਹ ਵੀ ਕਹਾਵਤ ਮੇਰੀ ਨਹੀਂ ਆਖੀ ਹੋਈ। ਡੋਂਟ ਇਹ ਨਾ ਕਹੋ ਕਿ ਕਿੰਗਰਾ ਐ ਕਹਿੰਦਾ, ਇਹ ਤਾਂ ਲੋਕਾਂ ਨੇ ਆਖਿਆ ਔਰ ਕੋਈ ਸੋਚ ਸਮਝ ਕੇ ਰਿਸਰਚ ਕਰਕੇ PhD ਦੇ ਥੀਸਿਸ ਹੋਣਗੇ। ਇਹ ਨੰਗੇ ਹੋ ਗਏ, ਕਹਿੰਦੇ ਯੂਨੀਵਰਸਿਟੀ ਬਣਾਵਾਂਗੇ ਜਲੰਧਰ 'ਚ ਸਪੋਰਟਸ ਦੀ, ਬਣ ਗਈ, ਨੀਂਹ ਪੱਥਰ ਰੱਖਤਾ। ਫਿਰ ਕੇਜਰੀਵਾਲ ਸਾਹਿਬ ਨੇ ਭਾਰਤ ਦੇ ਵਿੱਚ ਸਭ ਤੋਂ ਵੱਡਾ ਝੂਠਾਂ ਦੀ ਜਿਹੜੀ ਸਿਆਸਤ ਆ ਉਹ ਸ਼ੁਰੂ ਕੀਤੀ ਹੈ। ਜਵਾਕਾਂ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਮੈਂ ਕਾਂਗਰਸ ਤੋਂ ਸਪੋਰਟ ਨਹੀਂ ਲੈਣੀ, ਤੀਜੇ ਦਿਨ ਲੈ ਲਈ। ਫਿਰ ਕਹਿੰਦੇ ਮੈਂ ਕਮਿਸ਼ਨਰ ਰਿਹਾ ਇਨਕਮ ਟੈਕਸ ਦਾ, ਮੈਂ ਅਸਤੀਫਾ ਦੇ ਕੇ ਆਇਆ, ਕਦੇ ਕਮਿਸ਼ਨਰ ਨਹੀਂ ਰਹੇ। ਇਹਨਾਂ ਦੀ ਐਕਸਪਲੇਨੇਸ਼ਨ ਕਾਲ ਕੀਤੀ ਇਹਨਾਂ ਦੀ ਜਿਹੜੀ ਐਸੋਸੀਏਸ਼ਨ ਆ ਉਹਨੇ ਕਿ ਬੰਦ ਕਰ ਕਮਿਸ਼ਨਰ ਕਹਿਣਾ, ਕਿਉਂਕਿ ਤੂੰ ਕਦੇ ਕਮਿਸ਼ਨਰ ਨਹੀਂ ਰਿਹਾ। ਫਿਰ ਕਹਿੰਦੇ ਮਹਿਕਮਾ ਬੜਾ ਕਰਪਟ ਹੈ ਇਨਕਮ ਟੈਕਸ ਦਾ। ਉਹਨਾਂ ਨੇ ਫਿਰ ਲਿਖਿਆ ਕਿ ਤੇਰੀ ਘਰ ਵਾਲੀ ਇਸ ਵੇਲੇ ਵੀ ਇਨਕਮ ਟੈਕਸ ਦੇ ਵਿੱਚ ਹੈ, ਇਸ ਕਰਕੇ ਤੂੰ ਇਹ ਕਹਿਣਾ ਬੰਦ ਕਰ, ਨਹੀਂ ਤੇ ਕੇਸ ਕਰ ਦਿਆਂਗੇ ਅਸੀਂ। ਮੇਰੇ ਕੋਲ ਚਿੱਠੀ ਪਈ ਹੈ, ਇੱਕ ਦਿਨ ਮੈਂ ਭੇਜ ਦੂੰਗਾ ਤੁਹਾਨੂੰ, ਉਹ ਜਿਹੜੀ ਉਹਨਾਂ ਦੀ ਐਸੋਸੀਏਸ਼ਨ ਨੇ ਲਿਖੀ ਹੈ। ਭਗਵੰਤ ਮਾਨ ਕਹਿੰਦੇ ਮੁਰਗੀ ਖਾਨਾ ਖੋਲ ਲਓ, 400 ਬੰਦੇ ਸਿਕਿਉਰਿਟੀ ਦੇ ਲੈ ਕੇ ਚੱਲਦੇ ਹੋ। ਉਹ ਭਾਈ ਜਲੰਧਰ ਦੇ ਲੋਕਾਂ ਦਾ ਬੁਰਾ ਹਾਲ ਹੋ ਗਿਆ 5 ਦਿਨ ਜਿੱਦਾਂ ਇੱਧਰ ਭਗਵੰਤ ਮਾਨ ਉੱਥੇ ਰਿਹਾ। ਮੁਰਗੀ ਖਾਨਾ ਮੈਂ ਤਾਂ ਹੈ ਖੋਲਣ ਗਏ ਸੀ ਤੇ ਲੋਕਾਂ ਨੂੰ ਪਰੇਸ਼ਾਨ ਕਰਤਾ। ਪੰਜਾਬ ਦਾ ਜਿੱਡੇ ਵੱਡੇ ਹੂਟਰ ਜਾਂਦਾ ਨਹੀਂ, ਜਿੱਡੇ ਵੱਡੇ ਹੂਟਰ ਜਾਂਦਾ ਓਡਾ ਵੱਡਾ ਚੋਰ ਹੁੰਦਾ। ਚਲੋ ਮੈਂ ਠੀਕ ਹੈ, ਮੈਂ ਨਹੀਂ ਕਿਹਾ ਭਗਵੰਤ ਮਾਨ ਨੇ ਆਖੀ। ਚਲੋ ਆਪਾਂ ਅੱਗੇ ਹੋਰ ਗੱਲਾਂ ਤੇ ਆਉਣੇ ਆ ਇੱਕ ਵਾਰੀ, ਕਿਉਂਕਿ ਅੱਜ ਚੋਣ ਪ੍ਰਚਾਰ ਖਤਮ ਹੋਇਆ ਤਾਂ ਮੈਂ ਚੁਣੌਤੀਆਂ ਦਾ ਜ਼ਿਕਰ ਕਰ ਰਿਹਾ ਸੀ। ਟਾਂਡਾ ਸਾਹਿਬ, ਤੁਹਾਡਾ ਪ੍ਰਤੀਕਰਮ। ਸੰਘੇੜਾ ਸਾਹਿਬ ਜਿਹੜੇ ਹੈ ਨਾ, ਆਪ ਆਪਣੀ ਪਿੱਠ ਠੋਕਣ ਵਾਲਾ ਹਿਸਾਬ ਕਿਤਾਬ ਨਾ ਬਹੁਤਾ ਕਾਮਯਾਬ ਨਹੀਂ ਹੁੰਦਾ। ਸੰਘੇੜਾ ਸਾਹਿਬ ਦੇ ਮੁਤਾਬਕ ਤੇ ਤੁਸੀਂ ਸੀਨ ਚੋਂ ਬਾਹਰ ਹੋ ਟਾਂਡਾ ਸਾਹਿਬ। ਅਸੀਂ ਤਾਂ ਉਹੀ ਮਾਰ ਦਿੱਤੇ ਜੀ, ਇਹਨਾਂ ਨੇ ਮਰੇ ਹੀ ਹੋਏ ਆ। ਇਹ ਕੱਲ ਜੰਮੇ ਆ ਨਾ, ਇਹਨਾਂ ਦਾ ਹੀ ਰਾਜ ਹੈ, ਹੁਣ ਇਹੀ ਰਹਿਣਾ ਹੈ। 100 ਸਾਲ ਤਾਂ ਇਹੀ ਰਹਿਣਗੇ ਰਾਜ ਦੇ ਵਿੱਚ। ਕਿਹੜੇ ਭੁਲੇਖਿਆਂ 'ਚ ਹੈ ਆ ਜਿਹੜੇ ਤੁਹਾਡੇ ਮੰਤਰੀਆਂ ਦੇ ਕਾਰਨਾਮੇ ਮੂਹਰੇ ਆ ਰਹੇ ਆ ਨਾ, ਕੁਛ ਸ਼ਰਮ ਤਾਂ ਕਰ ਲਓ। ਤੁਸੀਂ ਉਹ ਐਕਸਪਲੇਨ ਤਾਂ ਕਰ ਦੋ ਹੈ ਕੀ। ਸ਼ਰਮਨਾਕ ਹੈ, ਮੈਂ ਡਿਬੇਟ ਨਹੀਂ ਕਰ ਸਕਦਾ, ਮੈਨੂੰ ਬੋਲਣਾ ਵੀ ਚੰਗਾ ਨਹੀਂ ਲੱਗਦਾ। ਫਿਰ ਤੁਸੀਂ ਕਹਿ ਦਿੰਦੇ ਅਸੀਂ ਆਪਣਿਆਂ ਤੇ ਫੈਸਲਾ ਕਰ ਲੈਂਦੇ, ਆਪਣਿਆਂ ਨੂੰ ਅੰਦਰ ਫੜ ਲੈਂਦੇ, ਆਪਣਿਆਂ ਤੇ ਕੇਸ ਰਜਿਸਟਰ। ਤੁਹਾਡੇ ਆਪਣੇ ਹੈ ਹੀ ਗੰਦੇ ਇੰਨੇ, ਜਿਹੜੇ 92 ਹੀਰੇ ਆ। ਮੈਂ ਤਾਂ ਸ਼ੁਰੂ ਦਾ ਕਹਿੰਦਾ ਇਹਦੇ ਵਿੱਚੋਂ 80 ਕਾਣੇ ਇਹੋ ਜਿਹੇ ਗੰਦੇ ਕਰੈਕਟਰ ਦੇ ਬੰਦੇ ਆ। ਪਾਸਟ ਪਿਛੋਕੜ ਉਹਨਾਂ ਦਾ ਐਡਾ ਵੱਡਾ ਹੈ। ਆ ਜਿਹੜਾ ਤੁਸੀਂ ਕਾਂਗਰਸ ਦਾ ਮੰਗਵਾ ਖੜਾ ਕੀਤਾ, ਇਹਨੂੰ ਰਾਘਵ ਚੱਡਾ ਕੀ ਕਹਿੰਦਾ ਸੀ। ਪਰ ਤੁਸੀਂ ਐਡੇ ਫੇਸਲੈਸ ਕਰੈਕਟਰਸ ਹੋ ਕਿ ਤੁਸੀਂ ਆਰਾਮ ਨਾਲ ਸਹਿਬਣ ਇਹੋ ਜਿਹੀਆਂ ਗੱਲਾਂ ਕਰ ਜਾਂਦੇ ਹੋ। ਮੈਂ ਤਾਂ ਹੈਰਾਨ ਹਾਂ, ਸਹਿਬਣ ਹੀ ਝੂਠ ਬੋਲ ਜਾਂਦੇ ਹੋ। केजरीवाल जी कहते पंजाब च करप्शन खत्म हो गई, पंजाब में लोग बहुत खुश हैं, पर हमारी स्टेट पूछती है कमाल करती। लक बनया होया झूठ बोलन दा। प्लीज इन्नी एरोगेंस ना दिखाओ। ठीक है, जनता ने थानू 92 सीटां देतियां, तुसी एक झूठ दे उत्ते राइट करके आए सी। अज केजरीवाल तुहाडे सुप्रीमो नू भी कहना पै गया हले 11 महीने होर दिओ। इट मीनस तुसी कुछ डिलीवर नहीं कीता। जिहड़ी तुसी आ बिजली कहंदे हो, ਇਹਦੇ ਇਲਾਵਾ ਤੁਹਾਡੇ ਮੁਖ ਚੋਂ ਵੀ ਕੋਈ ਸ਼ਬਦ ਨਹੀਂ ਨਿਕਲਿਆ। ਤੁਸੀਂ ਕੀਤਾ ਕੀ ਹੈ? ਇਹਦੇ ਤੋਂ ਸਾਬਤ ਹੁੰਦਾ ਹੈ ਯੂ ਹੈਵ ਮਿਜ਼ਰੇਬਲੀ ਫੇਲਡ। ਮੈਂ ਉਹ ਮੂਰਖਾਂ ਚੋਂ ਨਹੀਂ ਹੈ ਜਿਹੜਾ ਆਪਣੇ ਗੋਗੇ ਗਾ ਕੇ ਕਹਾਂ ਕਿ ਮੈਂ ਤਾਂ ਜਿੱਤਿਆ ਪਿਆ ਜੀ 2 ਲੱਖ ਨਾਲ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਡੇ ਲਈ ਦਿੱਲੀ ਬਹੁਤ ਦੂਰ ਹੈ। ਇਹ ਸਮਾਂ ਆਉਣ ਦਿਓ, 13 ਨੂੰ ਖੁੱਲਣ ਦਿਓ। ਉਦੋਂ ਸੰਘੇੜਾ ਸਾਹਿਬ ਨੂੰ ਬਿਠਾਈਓ, ਫਿਰ ਇਹਨੂੰ ਗੱਲਾਂ ਪੁੱਛਾਂਗੇ ਕਿਹੜੇ ਪੁੰਜੇ ਗਏ ਤੇ ਕਿਹੜੇ ਉੱਡ ਗਏ ਤੇ ਕਿਹੜੇ ਹਾਸ਼ੀਏ ਤੋਂ ਵੀ ਬਾਹਰ ਨਿਕਲ ਗਏ। ਉਦੋਂ ਪਤਾ ਲੱਗ ਜੂ। ਚਲੋ ਇਹ ਤਾਂ ਚੱਲਦਾ ਹੀ ਰਹਿਣਾ। ਚੰਨੀ ਸਾਹਿਬ, चनी साहब मेरी आवाज मिल पा रही है? हाँ, मेरी हाँ जी हाँ जी हाँ जी हाँ जी आ रही है जी। गल हैगी है विजयपाल जी कि इन्हां नूं पता नहीं क्यों नहीं याद जिहड़ा 3 महीने तो बाद ही संगरूर वाला किस्सा होया सी ते लोकां ने तां शीशा दिखाता सी। 3 महीनों की कारगुजारी तो मतलब जैसे तुसीं आप ही कह रहे भी बाई इलेक्शन तो हमेशा सरकार वाले पासे होती है, पर 3 महीने बाद हुण तो 11 महीने हो गए, बना 12-13 महीने हो गए। तो हुण तो श्योर शॉट है भी इन्हां दा काम जिहड़ा हैगा वो साफ होया पिया और संघेड़ा साहब नूं बहुत वड्डी गलतफहमी है, निकल जाएगी। 13 तरीक ज़्यादा दिन नहीं हैगे। हुण तुसीं ये देखो भी ये बड़े पहला वोट ला रहे सी जी साडा काम बोलदा है, काम बोलदा है। वो काम जिहड़ा सी ना उहदे च एक कन्ना जिहा लग गया, कहते जी हुण काम बोलदा काम नहीं बोलना, कहते काम बोलदा। दिसण भी लग गया काम बोलते तो उन्हां नूं दिसण भी लग गया। करैक्टर आ गए ਇਹਦੇ ਵਿੱਚ ਨਹੀਂ ਕੋਈ ਐਡੀ ਚੰਨੀ ਸਾਹਿਬ ਗਲਤ ਗੱਲ ਨਾ ਕਹੋ।
ਐਡੀ ਭੈੜੀ ਨਹੀਂ ਹੈ। ਉਹ ਜੋ ਕੁਛ ਉਹਦੇ ਵਿੱਚ ਦੇਖਿਆ ਨਾ, ਚੀਮਾ ਸਾਹਿਬ ਨੇ ਤੇ ਫਾਈਨੈਂਸ ਮਿਨਿਸਟਰ ਕਹਿੰਦੇ ਮੈਂ ਦੇਖਿਆ ਉਹਦੇ ਚ ਮਾੜੀ ਨਹੀਂ। ਉਹ ਸਾਰਿਆਂ ਨੂੰ ਉਸ ਕੰਮ ਤੇ ਲਾਣਗੇ, ਜਿਹੜੇ ਦੋਨੇ ਯੋਗ ਕਰਦੇ ਆ ਨਾ ਉਹ ਯੋਗ ਕਰਾਇਆ ਕਰਨਗੇ ਸਭ ਦਾ। ਤੇ ਹੋਰ ਤੁਸੀਂ ਦੇਖੋ ਕਿ ਪਹਿਲਾਂ ਇਹਨਾਂ ਨੇ ਦੇਖੋ ਇਹਨਾਂ ਨੂੰ ਨਾ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਸ਼ਾਇਦ ਭਗਵੰਤ ਮਾਨ ਨੂੰ ਲੋਕ ਲਾਈਕ ਕਰਦੇ ਹੋਣ, ਪਰ ਜੇ ਇਹਨੂੰ ਮਰਵਾਊਗਾ ਤਾਂ ਕੇਜਰੀਵਾਲ ਮਰਵਾਊਗਾ। ਉਹਦਾ ਜਿਹੜਾ ਪ੍ਰਾਈਮ ਮਿਨਿਸਟਰ ਬਣਨ ਦਾ ਸੁਪਨਾ ਸਾਕਾਰ ਕਰਾਉਣ ਵਾਸਤੇ ਪਤਾ ਨਹੀਂ ਪਹਿਲਾਂ ਹਿਮਾਚਲ ਚ ਲੈ ਗਏ, ਅਸਾਮ ਚ ਲੈ ਗਏ, ਗੁਜਰਾਤ ਚ ਲੈ ਗਏ, ਹੁਣ ਕਰਨਾਟਕਾ ਚ ਲੈ ਗਏ, ਥਾਂ ਥਾਂ ਇਹਨੂੰ ਭਜਾਈ ਫਿਰਦਾ ਉਹ। ਅੱਛਾ, ਰਹਿੰਦਾ ਖੁੰਦਾ ਕੀ ਹੈਗਾ ਕਿ ਉਹਨੂੰ ਬਹੁਤ ਵੱਡਾ ਚਾਅ ਹੈਗਾ ਵੀ ਜਿਹੜੀ ਪੁਲਿਸ ਹੁੰਦੀ ਹੈ ਨਾ, ਉਹ ਕਿਉਂਕਿ ਉਹ ਪੁਲਿਸ ਉਹਨੂੰ ਕਦੇ ਦਿਖੀ ਨਹੀਂ ਤੇ ਪੁਲਿਸ ਬੜੀ ਮੁਸ਼ਕਿਲ ਨਾਲ ਉਹਨਾਂ ਨੂੰ ਦਿਖੀ। ਉਹਦੇ ਵਿੱਚ ਚੱਕਰ ਦੇ ਵਿੱਚ ਪਹਿਲਾਂ ਤਾਂ ਕੁਮਾਰ ਵਿਸ਼ਵਾਸ ਰਗੜਿਆ, ਅਲਕਾ ਲਾਂਬਾ ਰਗੜੀ, ਫਿਰ ਸਿੰਦਰ ਬੱਗਾ ਰਗੜਿਆ, ਤੇ ਫਿਰ ਇਹਨਾਂ ਨੇ ਮਾਡਰਨ ਐਰਾ ਦੀ ਐਮਰਜੈਂਸੀ ਲਾਤੀ ਜਦੋਂ ਆਹ ਅੰਮ੍ਰਿਤਪਾਲ ਵਰਗੇ ਬੰਦੇ ਏਦਾਂ ਦੇ ਆ ਗਏ ਮੂਹਰੇ, ਤੇ ਉਦੋਂ ਵੀ ਸਾਰਾ ਪੰਜਾਬ ਬੰਦ ਹੋ ਗਿਆ। ਬੰਦਾ ਕੋਈ ਸੋਚ ਨਹੀਂ ਸਕਦਾ, ਕੋਈ ਐਡਾ ਵੱਡਾ ਉਹ ਸ਼ੇਰ ਨਹੀਂ ਸੀ ਤੇ ਨਾ ਹੀ ਕੋਈ ਐਡਾ ਵੱਡਾ ਆਪਰੇਸ਼ਨ ਸੀਗਾ। ਇਹਨਾਂ ਨੇ ਬਹੁਤ ਲੋਕਾਂ ਨਾਲ ਨਜਾਇਜ਼ ਕੀਤੀ। ਤੇ ਹੁਣ ਪਰਸੋਂ ਤੁਸੀਂ ਦੇਖੋ ਤੁਹਾਡੀ ਕਲੀਗ ਜਿਹੜੀ ਹੈ ਭਾਵਨਾ ਕਿਸ਼ੋਰ ਟਾਈਮਜ਼ ਨਾਓ ਦੀ, ਉਹ ਗੱਡੀ ਨਹੀਂ ਚਲਾ ਰਹੀ, ਕਹਿੰਦੇ ਤੂੰ ਗੱਡੀ ਮਾਰਤੀ, SC ਕੇਸ ਕਰ ਦਿੱਤਾ। ਤੇ ਫਿਰ ਇਹਨਾਂ ਤੋਂ ਪਹਿਲਾਂ ਵੀ ਚਪੇੜਾਂ ਬਹੁਤ ਪਈਆਂ ਹਾਈ ਕੋਰਟ ਤੋਂ, ਤੇ ਹੁਣ ਫੇਰ ਪੈ ਗਈ, ਉਹਦੀ ਬੇਲ ਹੋ ਗਈ 5 ਵਜੇ ਤੇ ਉਹ ਆ ਗਈ ਬਾਹਰ। ਮੈਂ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਕੋਲੇ ਕਿਹੜੀ ਚੀਜ਼ ਦੱਸਣਾ। ਇਹ ਕਹਿੰਦੇ ਸੀ ਘਰ ਨਹੀਂ ਲੈਣੇ, ਇਹ ਕਹਿੰਦੇ ਫਲੈਟ। ਤੁਸੀਂ ਪਿਛਲੀ ਵੀਡੀਓ ਦੇਖੋ ਉਹਦੀ ਕੇਜਰੀਵਾਲ ਦੀ, ਅਸੀਂ ਤਾਂ ਜਿਹੜੇ ਆਮ। ਸੋ ਤੁਹਾਡੇ ਕਹਿਣ ਦਾ ਮਤਲਬ ਹੈ ਚੰਨੀ ਸਾਹਿਬ ਕਿ ਇਹ ਸਾਰੇ ਇਸ਼ੂਜ਼ ਨੇ ਜਿਹੜੇ ਜਲੰਧਰ ਲੋਕ ਸਭਾ ਦੇ ਵਿੱਚ ਚੱਲ ਰਹੇ ਨੇ, ਇਹੀ ਕਹਿਣਾ ਚਾਹ ਰਹੇ? ਬਿਲਕੁਲ। ਤੇ ਹੋਰ ਤੁਸੀਂ ਦੇਖੋ, ਫਿਰ ਕਹਿੰਦੇ ਅਸੀਂ ਜੀ ਘਰ ਨਹੀਂ ਲੈਣੇ, ਫਿਰ ਕਹਿੰਦੇ ਅਸੀਂ ਸਿਕਿਉਰਿਟੀ ਨਹੀਂ ਲੈਣੀ, ਫਿਰ ਕਹਿੰਦੇ ਅਸੀਂ ਕਨਵਾਈ ਨਹੀਂ ਲੈਣੇ, ਤੇ ਉਹਦੇ ਕੇਜਰੀਵਾਲ ਕੋਲ ਤਾਂ ਜੈਡ ਪਲੱਸ ਸਿਕਿਉਰਿਟੀ ਉੱਥੋਂ ਨਹੀਂ ਸੀ, ਤੇ ਨਾਲ ਇੱਕ ਬਟਾਲੀਅਨ ਅਸੀਂ ਹੋਰ ਦਿੱਤੀ, ਤੇ ਜਿੱਦਾਂ ਦੀ ਸਿਕਿਉਰਿਟੀ ਲੈ ਕੇ ਘੁੰਮ। ਕੀ ਜਲੰਧਰ ਦੇ ਲੋਕਾਂ ਦੇ ਇਸ਼ੂਜ਼ ਨੇ ਚੰਨੀ ਸਾਹਿਬ? ਮੈਂ ਤੁਹਾਨੂੰ ਦੱਸਦਾ, ਪਤਾ ਕੀ ਹੈ, ਲੋਕ ਜਿਹੜੇ ਸੋਚਦੇ ਨੇ ਵੀ ਜਿਹੜਾ ਸਾਡਾ ਅਸੀਂ ਨਵਾਂ ਚੀਫ ਮਿਨਿਸਟਰ ਬਣਾਇਆ ਜਾਂ ਕੇਜਰੀਵਾਲ ਬੰਦੇ ਨੇ, ਇਹ ਸਾਡੇ ਰੋਲ ਮਾਡਲ ਨੇ। ਜਦੋਂ ਇਹਨਾਂ ਦਾ ਰੋਲ ਮਾਡਲ ਲੋਕ ਦੇਖਦੇ ਨੇ ਵੀ ਇਹ ਕੀ ਕਰਦੇ ਨੇ, ਤੇ ਫਿਰ ਉਹ ਲੋਕ ਕਿੱਦੋਂ ਪਰੰਤ ਕਰਦੇ ਨੇ। ਹੁਣ ਮੈਂ ਵੀ ਰਿਹਾ ਜਲੰਧਰ ਉੱਥੇ, ਤੇ ਜੋ ਤੁਸੀਂ ਦੇਖੋ, ਮੈਂ ਕਹਿ ਸਕਦਾ ਬੜੇ ਦਾਅਵੇ ਨਾਲ ਕਿ ਜਿੰਨਾ ਰਿਸਪੌਂਸ ਸਾਡੇ ਰੋਡ ਸ਼ੋਅ ਦੇ ਵਿੱਚ, ਕੱਲਾ ਬੰਦਾ ਇੱਕ ਬਾਜ਼ਾਰ ਦੇ ਵਿੱਚ 12 ਕਿਲੋਮੀਟਰ ਲੰਬਾ ਰੋਡ ਸ਼ੋਅ, ਔਰ ਉਹਦੇ ਵਿੱਚ ਲੋਕ ਆਪਣੇ ਆਪ ਉੱਪਰ ਕੇ ਆਏ। ਤੇ ਪਿੰਡਾਂ ਦੇ ਵਿੱਚ ਵੀ ਜੋ ਸਾਡੀਆਂ ਰਿਪੋਰਟਾਂ ਨੇ, ਜੇ ਸਾਡਾ ਕੰਡਕਟਰ ਜਿਹੜੀ ਸਾਡੀ ਸਾਰੀ ਸਿਸਟਮ ਚੱਲ ਰਿਹਾ ਹੈਗਾ, ਤੁਹਾਨੂੰ ਇੱਕ ਸ਼ਾਇਦ ਅਚੰਭਾ ਲੱਗੇਗਾ ਵੀ ਇਹ BJP ਨੇ ਕੀ ਕਰਤਾ। ਤੇ ਜੇ ਤੁਸੀਂ ਇਹਨਾਂ ਦਾ ਤਾਂ ਤੁਹਾਨੂੰ ਮੈਂ ਕਿਸੇ ਗਿਣਾ ਦੇ ਹੋਰ ਬਹੁਤ ਅਗਲੀ ਵਾਰੀ ਜਿਹੜਾ ਤੁਸੀਂ ਮੈਨੂੰ ਦੋਗੇ ਟਾਈਮ ਉਹ ਵੀ ਗਿਣਾਊਂਗਾ। ਤੇ ਜਿਹੜੀਆਂ ਦੂਜੀਆਂ ਪਾਰਟੀਆਂ ਹੈਗੀਆਂ ਨੇ, ਹੁਣ ਮੇਰਾ ਵੀਰ ਖਿੰਗਰਾ ਹੈਗਾ, ਇਹ ਤਾਂ ਕਿਸੇ ਨਾਲ ਬਣਦੀ ਹੋਈ ਨਹੀਂ। ਉਹ ਕਿੰਨੀ ਵੱਡੀ ਕਹਾਵਤ ਹੈ ਕਿ ਉਹਦੇ ਨੇ ਮੰਨਦੀ ਤੇ ਕਹਿੰਦਾ ਉਹਦੀ ਤਾਂ ਕਿਸੇ ਨਾਲ ਨਹੀਂ ਬਣਦੀ। ਤੇ ਅਕਾਲੀ ਦਲ ਦਾ ਹਾਲ ਆਪਾਂ ਨੂੰ ਪਤਾ ਹੈ, ਸਾਰਾ ਟੁੱਟਿਆ ਫੁੱਟਿਆ ਹੈਗਾ। ਮੈਨੂੰ ਮੈਂ ਦਾਅਵੇ ਨਾਲ ਕਹਿ ਸਕਦਾ ਹੈ ਕਿ ਇਹ ਜਿਹੜੀ ਇਲੈਕਸ਼ਨ ਹੈਗੀ ਆ, ਉਹਦੇ ਵਿੱਚ BJP ਦੀ ਜਿੱਤ ਹੋਏਗੀ। ਔਰ ਤੁਹਾਨੂੰ ਇਹਦੀ ਹੱਸ ਰਹੇ ਨੇ ਟਾਂਡਾ ਸਾਹਿਬ, ਤੁਹਾਡੀ ਗੱਲ ਸੁਣ ਕੇ ਮੁਸਕਰਾ ਰਹੇ ਨੇ। ਵਾਹ ਟਾਂਡਾ ਸਾਹਿਬ, ਤੁਸੀਂ ਜਵਾਬ ਦੇ ਦਿਓ। ਚਲੋ ਮੈਂ ਸੰਘੇੜਾ ਸਾਹਿਬ ਕੋਲੇ ਜਾਣਾ ਸੀ, ਤੁਸੀਂ ਹੱਸ ਰਹੇ ਹੋ। ਵਾਹ ਮੈਂ ਪੁੱਛ ਲਾਂ ਕਿ ਇਸ ਲਈ ਹੱਸ ਰਹੇ ਹੋ ਵੀ ਤੁਹਾਡੇ ਪੁਰਾਣੇ ਭਾਈਵਾਲ ਸੀ, ਉਹ ਐਸੀ ਗੱਲ ਕਹਿ ਰਹੇ ਆ? ਬਿਲਕੁਲ, ਅਸੀਂ ਦਾਅਵੇ ਨਾਲ ਕਹਿ ਰਹੇ। ਐਰੋਗੈਂਸ ਬਹੁਤ ਹੈ ਜੀ, ਪੂਰੀ ਦੁਨੀਆ ਦੇ ਵਿੱਚੋਂ ਕੂੜਾ ਇਕੱਠਾ ਕਰਨ ਲੱਗੇ ਹੋਏ ਅੱਜ ਕੱਲ। ਇਹ ਸੋਚਦੇ ਆ ਕਿ ਕੂੜੇ ਦੇ ਉੱਤੇ ਰਾਈਡ ਕਰਕੇ ਪੰਜਾਬ ਦੇ ਵਿੱਚ ਜਿੱਤ ਪ੍ਰਾਪਤ ਕਰ ਲੈਣਗੇ। ਚੰਨੀ ਸਾਹਿਬ, ਇਹ ਕੂੜਿਆਂ ਨਾਲ ਗੱਲ ਹੀ ਬਣਦੀ। ਇਹ ਤੁਹਾਨੂੰ ਗਰਾਊਂਡ ਪੰਜਾਬ ਦੇ ਵਿੱਚ ਨਜ਼ਰ ਆ ਜਾਊਗਾ ਕਿੰਨਾ ਕੁ ਗਰਾਊਂਡ ਤੁਹਾਡਾ ਇੰਡੀਵਿਜੂਅਲ ਹੈ। ਬਸ 13 ਤਰੀਕ ਤੱਕ ਵੇਟ ਕਰ ਲਓ, ਸਭ ਕੁਝ ਚਾਲੂ ਹੋਏਗਾ। ਚਲੋ ਮੈਂ ਸਾਰਾ ਹੋ ਜਾਊਗਾ। ਚੰਨੀ ਸੰਘੇੜਾ ਸਾਹਿਬ, ਤੁਸੀਂ ਜਵਾਬ ਦੇ ਦਿਓ ਜੀ। ਇੱਕ ਸੰਘੇੜਾ ਜੀ ਨੂੰ ਇੱਕ ਸਵਾਲ ਕਰ ਲਵਾਂ ਛੋਟਾ ਜਿਹਾ। ਜੀ ਕਰੋ। ਸੰਘੇੜਾ ਸਾਹਿਬ, ਮੈਂ ਤੁਹਾਡੀਆਂ ਸਾਰੀਆਂ ਗੱਲਾਂ ਤੇ ਫੁੱਲ ਚੜਾ ਦਿੰਦਾ ਜੋ ਕਿਹਾ ਸਹੀ ਕਿਹਾ। ਜੇ ਤੁਸੀਂ ਹਾਰ ਗਏ ਤਾਂ ਰੈਫਰੈਂਡਮ ਹੋਊ, ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਰਿਜ਼ਾਈਨ ਕਰਨਗੇ। ਦੇਖੋ, ਜਿਹੜੀ ਗੱਲ ਹੋਣ ਦੇ ਚਾਂਸ ਹੀ ਕੋਈ ਨਹੀਂ ਹੈ। ਬਾਈ ਇਲੈਕਸ਼ਨ ਹੈ। ਢਾਂਡਾ ਸਾਹਿਬ, ਤੁਸੀਂ ਬੜੇ ਵਧੀਆ ਵਕੀਲ ਹੋ, ਮੈਂ ਪੁੱਛਾ ਨਹੀਂ ਦਿੰਦਾ ਵੈਸੇ, ਨਾ ਹੀ ਮੈਂ ਬਹੁਤੀ ਫੋਰਕਾਸਟ ਕਰਦਾ ਹੁੰਨਾ। ਮੈਂ ਤਾਂ ਪਹਿਲਾਂ ਹੀ ਕਰਕੇ ਨਾ, ਹੁਣ ਤੁਸੀਂ ਸਾਨੂੰ ਮਾਂ ਜਿੱਤਾ ਤੇ ਆਪਣੇ ਆਪ ਨੂੰ ਜਿਤਾਇਆ ਹੈ, ਐਵੇਂ ਨਾ ਕਰੋ। ਮੈਂ ਸਾਡਾ ਸਰਵੇ ਤੁਹਾਡੀ ਜਿਹੜੀ ਖੁਸ਼ ਖਿਆਲੀ ਤੇ ਸਵਾਲ ਕੀਤਾ ਮੈਂ ਸਰਵੇ ਦਾ ਜ਼ਿਕਰ ਕਰ ਰਹੇ। ਇੱਕ ਮਿੰਟ ਸੁਣ ਲਓ ਢਾਂਡਾ ਸਾਹਿਬ। ਮੈਨੂੰ ਜਵਾਬ ਦੇ ਦਾ ਛੱਡੋ, ਸਰਵੇ ਝੂਠਿਆਂ ਦੇ ਕਾਹਦੇ ਸਰਵੇ? ਰਿੰਕੂ ਦਾ ਵੀ ਸਰਵੇ ਸੀ, ਸਾਰੇ ਸਰਵੇ ਹੁੰਦੇ ਆ ਤੁਹਾਡੇ। ਹੁਣ ਇਹਦਾ ਸਰਵੇ ਕਰ ਲਓ, ਜਿਹੜਾ ਮੰਤਰੀ ਨੇ ਜੋ ਕੰਮ ਕੀਤਾ ਉਹਨੇ ਕੀਤਾ ਕਿ ਨਹੀਂ ਕੀਤਾ, ਸਰਵੇ ਕਰਾ ਲਓ। ਕਿਉਂ ਬਿਠਾਈਏ ਕਮੇਟੀ ਮੈਂਬਰ? ਮੈਂ ਜਵਾਬ ਦੇ ਦੇਣਾ ਉਹਦਾ ਵੀ। ਨੰਬਰ 1 ਤਾਂ ਆਪਾਂ ਭਾਸ਼ਾ ਠੀਕ ਆਪਾਂ ਨੂੰ ਵਰਤਣੀ ਚਾਹੀਦੀ ਹੈ ਜੀ।
ਠੀਕ ਹੈ ਨਾ, ਹਰ ਇੱਕ ਬੰਦੇ ਦਾ ਪਾਸਟ ਹੁੰਦਾ, ਹਰ ਇੱਕ ਬੰਦੇ ਦਾ ਫਿਊਚਰ ਹੁੰਦਾ ਆ। SIT ਬਣ ਗਈ ਆ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ। ਆਪਾਂ ਇੱਕ ਲੋਕ ਸਭਾ ਹਲਕੇ ਦੀ ਚੋਣ ਹੈ, ਸਰਵੇ ਕਰਾ ਲਓ। ਸਾਡਾ ਆ ਜਲੰਧਰ, ਤੁਸੀਂ ਸਾਡੇ ਜਲੰਧਰ ਨੂੰ ਦੂਜੇ ਪਾਸੇ ਨਾ ਲਿਜਾਓ, ਜਲੰਧਰ ਦੀ ਗੱਲ ਹੀ ਨਾ ਕਰੋ। ਚੰਨੀ ਸਾਹਿਬ ਵੀ ਹੋਰ ਇਹ ਗੱਲਾਂ ਕਰੀ ਜਾਂਦੇ ਆ, ਪਰ ਲੀਡਰ ਇਹਨਾਂ ਦੇ ਜਿਹੜੇ ਕਹਿੰਦੇ ਵੀ ਸਾਡੀ ਦੋਨਾਂ ਪਾਰਟੀਆਂ ਬਾਰੇ ਤਾਂ ਠੀਕ ਬੋਲਿਆ ਉਹਨਾਂ ਨੇ, ਪਰ ਉਹ ਆਪਣੀ ਕਹਿੰਦੇ ਕਿ ਸਾਡੇ ਬਹੁਤ ਲੰਬਾ ਸੀ ਰੋਡ ਸ਼ੋ। ਬਰਾੜ ਸਾਹਿਬ, ਜਲੰਧਰ ਦੇ ਲੋਕ ਹੁਣ ਅੱਜ ਦੇਖ ਰਹੇ ਸੀ ਸਾਰੇ ਹੀ ਹੋਟਲ ਖਾਲੀ ਹੋ ਗਏ, ਕਿਉਂਕਿ BJP ਕੋਲ ਕਾਡਰ ਤਾਂ ਹੈ ਹੀ ਨਹੀਂ। ਇਹਨਾਂ ਨੇ ਲੀਡਰ ਹੀ ਲੀਡਰ ਭਰਤੀ ਕਰ ਲਿਆ, ਜਿਹੜੀ ਪਾਰਟੀ ਦਾ ਆ ਚੱਲ ਵੀ ਲੰਘਿਆਓ ਜੀ, ਜਿਹੜੀ ਪਾਰਟੀ ਦਾ ਆ ਲੰਘਿਆਓ ਜੀ। ਉਹ ਸਾਰੇ ਸਾਰੇ ਹੀ ਹੋਟਲ ਭਰੇ ਹੋਏ ਸੀ। ਕਿੰਗਰਾ ਸਾਹਿਬ ਆ ਰਹੇ ਨਹੀਂ ਹੈਗੇ ਪੰਜਾਬ 'ਚ, ਉਹ ਲੀਡਰ ਹੀ ਲੀਡਰ ਸੀ, ਉਹ ਸਾਰੇ ਚਲੇ ਗਏ। ਅੱਜ ਸ਼ਾਂਤੀ ਹੋ ਗਈ ਔਰ ਇਹਨਾਂ ਨੂੰ ਵੋਟ ਤਾਂ ਇੱਥੇ ਦੇ ਵੋਟਰਸ ਨੇ ਪਾਉਣੀ। ਨਹੀਂ, ਮੈਂ ਇਹ ਸਮਝਣਾ ਚਾਹਣਾ ਜੀ, ਜੇ ਇਹ ਤਾਂ ਮਤਲਬ ਥ੍ਰੈਡ ਹੈ, ਜਿੰਨਾ ਮਰਜ਼ੀ ਆਪਾਂ ਖਿੱਚ ਲਈਏ। ਮੈਂ ਇਹ ਸਮਝਣਾ ਚਾਹਣਾ ਵੀ ਜਲੰਧਰ ਦੇ ਲੋਕਾਂ ਦੇ ਮੁੱਦੇ ਕੀ ਨੇ ਤੁਹਾਡੇ ਹਿਸਾਬ ਨਾਲ? ਮੈਂ ਬਰਾੜ ਸਾਹਿਬ ਉਧਰ ਹੀ ਆ ਰਿਹਾ ਸੀਗਾ, ਜਿਹੜੀ ਸਪੋਰਟਸ ਯੂਨੀਵਰਸਿਟੀ ਬਣਾਉਣ ਦੀ ਗੱਲ ਕੀਤੀ ਆ, ਇੱਥੇ ਗੱਲ ਹੋਈ ਆ ਕਿ ਸਪੋਰਟਸ ਯੂਨੀਵਰਸਿਟੀ ਬਣਾਤੀ। ਅਸੀਂ ਬਣਾਵਾਂਗੇ, ਜਲੰਧਰ ਨੂੰ ਲਿਸ਼ਕਾ ਰਹੇ ਹਾਂ, ਲਿਸ਼ਕਾਵਾਂਗੇ। ਸੀਵਰੇਜ ਦੇ ਕਾਫੀ ਕੰਮ, ਲੱਖਾਂ ਦੇ ਪ੍ਰੋਜੈਕਟ ਕਰਾਏ ਆ, ਹੋਰ ਵੀ ਬਹੁਤ ਕੰਮ ਕੀਤੇ ਆ, ਅੱਗੇ ਵੀ ਸਾਰੇ ਹੀ ਕਰਾਂਗੇ। ਇੱਕ ਇੱਕ ਕਰਕੇ ਵਾਅਦਾ ਅਸੀਂ ਪੂਰਾ ਕਰ ਰਹੇ ਹਾਂ, ਇਹਦੇ 'ਚ ਕੋਈ ਗੱਲ ਨਹੀਂ ਹੈ। ਮੈਂ ਬਰਾੜ ਸਾਹਿਬ ਤੁਹਾਨੂੰ ਮੈਂ ਇਹ ਗੱਲ ਦੱਸਦਾ, ਅਸੀਂ ਲੋਕਾਂ 'ਚ ਰਹੇ ਹਾਂ, ਮੈਂ ਮੀਡੀਆ ਦਾ ਕਰਮੀ ਆ, ਭਾਵੇਂ ਮੈਂ ਬਹੁਤਾ ਪ੍ਰੈਸ ਕਾਨਫਰੰਸਾਂ 'ਚ ਤੁਸੀਂ ਮੈਂ ਨਹੀਂ ਦੇਖਿਆ ਹੋਣਾ, ਔਰ ਤੁਹਾਡੀਆਂ ਡਿਬੇਟਸ ਤੇ ਵੀ ਮੈਂ ਘੱਟ ਆਇਆ। ਅਸੀਂ ਵੱਧ ਤੋਂ ਵੱਧ ਮੈਂ ਲੋਕਾਂ ਦੇ ਵਿੱਚ ਰਿਹਾ, ਔਰ ਲੋਕ ਸਾਨੂੰ ਪਤਾ ਕੀ ਕਹਿਣ ਲੱਗ ਗਏ ਆ, ਜਲੰਧਰ ਸੀਟ ਤੁਹਾਡੀ ਹੈ, 24 ਵਿੱਚ ਵੀ ਤੁਹਾਨੂੰ ਸੀਟਾਂ ਦੇਵਾਂਗੇ, ਪਰ ਸੰਘੇੜਾ ਸਾਹਿਬ ਜਦੋਂ ਤੁਸੀਂ 27 'ਚ ਸਾਡੇ ਕੋਲ ਆਉਂਗੇ, ਲੰਬਾ ਚੌੜਾ ਰਿਪੋਰਟ ਕਾਰਡ ਲੈ ਕੇ ਆਇਓ। ਇਸ ਸਾਲ ਦਾ ਰਿਪੋਰਟ ਕਾਰਡ ਤੁਹਾਡਾ ਠੀਕ ਆ ਜਲੰਧਰ ਦੇ ਲੋਕ ਰਹੇ ਆ, ਜੋ ਮੈਂ ਤੁਹਾਨੂੰ ਮੈਜੋਰਿਟੀ ਸਮਝਦੇ। ਬਾਕੀ ਕੁਝ ਸਮਝ ਕਿੰਗਰਾ ਸਾਹਿਬ ਕੁਝ ਕਹਿਣਾ ਚਾਹ ਰਹੇ, ਕਿੰਗਰਾ ਸਾਹਿਬ ਕੁਝ ਕਹਿਣਾ ਚਾਹ ਰਹੇ ਹੈ। ਇੱਕ ਲਾਈਨ ਕਰਤਾ, ਇੱਕ ਲਾਈਨ ਜੀ। ਬਾਕੀ ਕਿਸੇ ਨੇ ਵੀ ਜਲੰਧਰ ਦੇ ਮੁੱਦੇ ਦੀ ਤਾਂ ਗੱਲ ਹੀ ਨਹੀਂ ਕਰਦੇ, ਚਿੱਕੜ ਉਛਾਲੀ ਕਰ ਰਹੇ ਆ। ਠੀਕ ਹੈ ਨਾ? ਨਹੀਂ, ਚੋਣ ਪ੍ਰਚਾਰ ਦੇ ਵਿੱਚ ਵੀ ਇਹੋ ਜਿਹਾ ਕੁਝ ਜ਼ਿਆਦਾ ਹੋਇਆ ਕਿੰਗਰਾ ਸਾਹਿਬ। ਮੈਂ ਉਹੀ ਕਹਿ ਰਿਹਾ, ਅਸੀਂ ਏਜੰਡਿਆਂ ਦੀ ਗੱਲ ਕਰਦੇ ਆ, ਇਹ ਸਾਡਾ ਵਿਰੋਧ ਕਰਦੇ ਰਹੇ, ਸਾਡੀ ਭੰਡੀ ਕਰਦੇ ਰਹੇ ਆ। ਕਿੰਗਰਾ ਸਾਹਿਬ ਤੁਸੀਂ ਸਮਝ, ਮੈਂ ਇਸੇ ਗੱਲ ਤੇ ਆ ਜਾਣਾ ਸੰਘੇੜਾ ਸਾਹਿਬ, ਇੱਕ ਸੈਕਿੰਡ ਮੈਂ ਇਸੇ ਗੱਲ ਤੇ ਆ ਜਾਣਾ। ਇੱਕ ਲਾਈਨ ਬਸ ਜੀ। ਭਗਵੰਤ ਮਾਨ ਸਾਹਿਬ ਨੇ ਤੁਹਾਡੇ ਚੈਨਲ ਤੇ ਵੀ ਕਿਹਾ ਕਿ ਸਾਡੀ ਲੜਾਈ ਭ੍ਰਿਸ਼ਟਾਚਾਰ ਨਾਲ ਹੈ, ਸਾਡੀ ਲੜਾਈ ਬੇਰੁਜ਼ਗਾਰੀ ਨਾਲ ਹੈ, ਸਾਡੀ ਜਿਹੜੀ ਲੜਾਈ ਸਕੂਲ ਠੀਕ ਕਰਨ ਦੀ ਹੈ, ਸਾਡੀ ਲੜਾਈ ਹਸਪੀਟਲ ਬਣਾਉਣ ਦੀ ਹੈ। ਸੋ ਉਹ ਅਸੀਂ ਉੱਥੇ ਕਾਇਮ ਆ। ਸੰਘੇੜਾ ਕਿੰਗਰਾ ਸਾਹਿਬ, ਮੈਂ ਜਾਨਣਾ ਚਾਹਣਾ, ਤੁਸੀਂ ਆਪਣੀ ਗੱਲ ਕਹਿ ਲਓ, ਨਾਲ ਮੇਰਾ ਸਵਾਲ ਇਹੀ ਹੈ ਵੀ ਕੀ ਬਿਆਨਬਾਜ਼ੀ ਜਿਹੜੀ ਇਸ ਤਰੀਕੇ ਦੀ ਹੈ ਇੱਕ ਦੂਜੇ ਦੇ ਖਿਲਾਫ ਕਿਸੇ ਵੀ ਰੂਪ ਦੇ ਵਿੱਚ ਹੋਵੇ, ਕੀ ਉਹ ਮੁੱਦਿਆਂ ਤੇ ਭਾਰੀ ਪੈਂਦੀ ਨਹੀਂ ਨਜ਼ਰ ਆਉਂਦੀ ਹੈ ਜੇ ਆਪਾਂ ਚੋਣ ਪ੍ਰਚਾਰ ਦਾ ਓਵਰਆਲ ਜ਼ਿਕਰ ਕਰੀਏ? ਦੇਖੋ, ਮੈਂ ਤਾਂ ਇੱਕ ਤਾਂ ਪਹਿਲਾਂ ਸੰਘੇੜਾ ਸਾਹਿਬ ਨੂੰ ਜਵਾਬ ਦੇ ਦਿਆਂ। ਇਹ ਕਹਿੰਦੇ ਆ ਕਿ ਜੋ ਗੰਦ ਇਕੱਠਾ ਕਰ ਲਿਆ BJP ਨੇ, ਬਾਰ ਖੋਲ੍ਹਤਾ, ਜਿਹੜਾ ਆ ਗਿਆ ਅੰਦਰ ਆ ਗਿਆ, ਉਹ ਭਾਈ ਰਿੰਕੂ ਤਾਂ ਤੁਸੀਂ ਹੁਣੇ ਲਿਆਏ ਹੋ, ਨਾਲੇ ਜਲੰਧਰ ਦਾ ਮੁੱਦਾ ਹੈਗਾ। ਕਿਹਦੀਆਂ ਗੱਲਾਂ ਕਰਦੇ ਹੋ ਯਾਰ ਤੁਸੀਂ? ਕਿਉਂ ਇਹੋ ਜਿਹੀਆਂ ਗੱਲਾਂ ਕਰਦੇ ਹੋ? ਭੁੱਲ ਕਿਉਂ ਜਾਂਦੇ ਹੋ ਆਪਦੀਆਂ ਗੱਲਾਂ? ਆਪਦੀਆਂ ਗੱਲਾਂ ਆਪ ਯਾਦ ਰੱਖਿਆ। ਸੰਘੇੜਾ ਸਾਹਿਬ ਬੋਲ ਲੈਣ ਦਿਓ, ਬੋਲ ਲੈਣ ਦਿਓ, ਆਪਦੀਆਂ ਗੱਲਾਂ ਯਾਦ ਰੱਖਿਆ ਕਰੋ। ਤੁਸੀਂ ਕਹਿੰਦੇ ਸੀ ਅੱਜ ਚੰਨੀ ਸਾਹਿਬ ਨੇ ਯਾਦ ਕਰਾਇਆ ਕਿ ਮੈਂ ਤਾਂ ਸਿਕਿਉਰਿਟੀ ਨਹੀਂ ਲੈਣੀ, ਘਰ ਨਹੀਂ ਲੈਣਾ। ਉਹ ਪ੍ਰੈਸ ਰਿਪੋਰਟਰ ਕਹਿੰਦਾ ਜੇ ਜ਼ਬਰਦਸਤੀ ਤਾਂ ਕਹਿੰਦਾ ਮੈਂ ਲੈਣਾ ਹੀ ਨਹੀਂ, ਜ਼ਬਰਦਸਤੀ ਕਿਵੇਂ ਦੇਤਾ? ਤੇ ਹੁਣ 45 ਕਰੋੜ ਖਰਚੀ ਜਾਂਦੇ ਆ, ਤੇ ਪੈਸੇ ਵੀ ਜਿਹੜੇ ਬੈੱਡ ਦੇ ਉਹ ਕਿਸੇ ਕ੍ਰਿਮੀਨਲ ਨੇ ਦਿੱਤੇ ਆ। ਯਾਰ ਉਹ ਕਮਾਲ ਹੋਈ ਪਈ ਹੈ, ਕਿਉਂ ਜਿਹੀਆਂ ਗੱਲਾਂ ਕਰੀ ਜਾਂਦੇ ਹੋ? ਉਹ ਥੱਬੇ ਬਸ਼ਰਮ ਦੀ ਡੁਲਗੀ ਦਾਲ ਕਹਿੰਦਾ ਪੁੰਜੇ ਖਾਣ ਦਾ ਸਵਾਦ ਹੀ ਹੋਰ ਹੈ। ਉਹ ਭਾਈ ਤੁਹਾਡੇ ਮੰਤਰੀ ਦਾ ਅਸਤੀਫਾ ਲੈਣ ਦੀ ਬਜਾਏ ਤੁਸੀਂ SIT ਬਿਠਾਈ ਜਾਂਦੇ ਹੋ। ਕਾਹਦੀ SIT ਬਿਠਾਉਂਦੇ ਹੋ? ਇੱਕ ਕੰਡਕਟ ਦੇਖੋ, ਜੋ ਕੰਡਕਟ ਮੰਤਰੀ ਦਾ ਸੀ ਉਹ ਕੋਈ ਮਤਲਬ ਨਹੀਂ, ਉਹ ਜੇ ਉਹਦੀ ਪ੍ਰਾਈਵੇਟ ਲਾਈਫ 'ਚ ਕੋਈ ਫਰਕ ਨਹੀਂ ਪੈਂਦਾ, ਬਟ ਇਜ਼ ਅ ਪਬਲਿਕ ਮੈਨ ਐਂਡ ਇਜ਼ ਅ ਪਬਲਿਕ ਸੀਜ਼ਰਸ ਵਾਈਫ ਸ਼ੁੱਡ ਬੀ ਬਿਯੋਂਡ ਡਾਊਟ। ਇਹਨਾਂ ਨੂੰ ਨਾਲ ਦੀ ਨਾਲ ਅਸਤੀਫਾ ਦੇਣਾ ਚਾਹੀਦਾ, ਇਨਕੁਆਇਰੀ ਚੱਲ ਪੈਂਦੀ। ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਲੋਕ ਕਰਦੇ ਨੇ। ਸੰਘੇੜਾ ਸਾਹਿਬ ਦੇ ਆਲੇ ਦੁਆਲੇ ਇੱਕ ਝੁਰਮਟ ਪਾ ਲੈਂਦੇ ਨੇ ਆਮ ਆਦਮੀ ਪਾਰਟੀ ਦੇ ਬੰਦੇ, ਤੇ ਉਹ ਸੌਣ ਦੇ ਅੰਨੇ ਨੂੰ ਹਰਾ ਹੀ ਹਰਾ ਦੀਂਦਾ। ਇਹਨਾਂ ਨੂੰ ਐਂ ਲੱਗਦਾ ਵੀ ਜਿੱਤ ਗਏ ਤੜਕੇ ਹੱਥਲੇ ਮਿਲਦੇ ਹੀ ਉਹ ਹੈ। ਮੈਂ ਪੈਂਟ ਕਮੀਜ਼ ਪਾ ਕੇ ਪਿੰਡਾਂ 'ਚ ਗਿਆ, ਕਿਸੇ ਨੂੰ ਨਹੀਂ ਪਤਾ ਸੀ ਕੌਣ ਹੈ ਬੰਦਾ ਇਹ। ਟੋਪੀ ਪਾ ਕੇ ਗਿਆ, ਮੈਂ ਪੱਗ ਵੀ ਨਹੀਂ ਬੰਨੀ। ਮੈਂ ਲੋਕਾਂ ਨੂੰ ਪੁੱਛਿਆ ਕੀ ਵਿਚਾਰ ਨੇ, ਤੇ ਜੇ ਲੋਕਾਂ ਨੇ ਮੈਨੂੰ ਵਿਚਾਰ ਦਿੱਤੇ ਮੈਂ ਉਹਨਾਂ ਦੇ ਉੱਤੇ ਇੱਕ ਐਨਾਲਿਸਿਸ ਕੀਤਾ। ਇਹ ਤੀਜੇ ਨੰਬਰ ਤੇ ਆਉਣਗੇ, ਲਓ ਨੋਟ ਕਰ ਲਓ। ਇਹ ਦੂਜੇ ਤੇ ਵੀ ਨਹੀਂ ਆਉਂਦੇ। ਜੋ ਢਾਡਾ ਸਾਹਿਬ ਨੇ ਕਿਹਾ ਨਾ, ਤੇ ਜੋ ਚੰਨੀ ਸਾਹਿਬ ਨੇ ਕਿਹਾ, ਬਹੁਤ ਚੰਗੀ ਗੱਲ ਹੈ। ਤੇ ਹੁਣ ਤੁਸੀਂ ਨੋਟ ਕਰ ਲਓ। ਵਿਜੇਪਾਲ ਜੀ ਜਿੱਦੇ ਰਿਜ਼ਲਟ ਆਊਗਾ ਸੰਘੇੜੇ ਨੂੰ ਜ਼ਰੂਰ ਸੱਦ ਲਿਓ ਜੀ, ਠੀਕ ਹੈ? ਅਸੀਂ ਤੇ ਅਪਸ਼ਬਦ ਨਹੀਂ ਬੋਲਦੇ ਕਦੇ ਵੀ, ਲੇਕਿਨ ਜੋ ਅਪਸ਼ਬਦ ਕੇਜਰੀਵਾਲ ਨੇ ਜਲੰਧਰ ਦੇ ਲੋਕਾਂ ਵਾਸਤੇ ਬੋਲੇ ਹੈ ਕਿ ਕੰਮ ਤਾਂ ਸਾਥੋਂ ਹੀ ਕਰਾਉਣੇ ਹੈ, ਸਰਕਾਰ ਤਾਂ ਸਾਡੀ ਹੈ, ਇਹ ਥ੍ਰੈਟ ਨਹੀਂ ਹੈ?
ਇਹ ਕਦੇ ਕਿਤੇ ਕਿਹਾ ਜਾਂਦਾ। ਅੱਜ ਤੱਕ ਤੁਸੀਂ ਦੱਸੋ ਵਿਜੇਪਾਲ ਜੀ, ਕਿੰਨਾ ਚਿਰ ਤੁਹਾਨੂੰ ਹੋ ਗਿਆ ਕਰਦੇ ਨੂੰ ਇਹ ਪੱਤਰਕਾਰੀ? ਤੁਸੀਂ ਕਦੇ ਕਿਸੇ ਲੀਡਰ ਤੋਂ ਇਹ ਗੱਲਾਂ ਸੁਣੀਆਂ ਕਿ ਸਾਥੋਂ ਹੀ ਕੰਮ ਕਰਾਉਣੇ ਆ, ਵੋਟ ਕਿਵੇਂ ਨਹੀਂ ਪਾਓਗੇ ਸਾਨੂੰ, ਕਾਂਗਰਸ ਨੂੰ ਕਿਉਂ ਪਾਓਗੇ? ਯਾਰੋ ਐਡੀ ਥ੍ਰੈਟ ਪੰਜਾਬੀ ਬਰਦਾਸ਼ਤ ਕਰਦੇ ਆ ਕਿਸੇ ਦੀ? ਸਵਾਲ ਹੀ ਪੈਦਾ ਨਹੀਂ ਹੁੰਦਾ। ਅੱਛਾ, ਐਡੀ ਥ੍ਰੈਟ ਤਾਂ ਸੰਘੇੜਾ ਸਾਹਿਬ ਨਹੀਂ ਬਰਦਾਸ਼ਤ ਕਰਦੇ ਕੇਜਰੀਵਾਲ ਦੀ, ਕਹਿ ਕੇ ਦੇਖ ਲੈ ਕੇਜਰੀਵਾਲ। ਅੱਛਾ, ਫਿਰ ਤੁਸੀਂ ਦੇਖੋ ਇੱਕ ਬੰਦਾ ਟੈਲੀਫੋਨ ਤੇ ਕਹੀ ਜਾਂਦਾ ਮਿਨਿਸਟਰ ਨੂੰ, ਕਹਿੰਦਾ ਮੈਂ ਸਿੱਧਾ ਕਰ ਦੂੰ ਜੇ ਨਾ ਤੇਰੇ, ਕਹਿੰਦਾ ਪੰਜ ਤੇਰੇ ਪਿੰਡ ਜਿੱਤੇ ਤਾਂ। ਉਹ ਯਾਰ ਮੰਤਰੀ ਨੂੰ ਸਿੱਧਾ ਕਰ ਦੂਗਾ ਇੱਕ ਨਾਰਮਲ ਬੰਦਾ? ਉਹ ਜਿਹਾ ਚੀਮਾ ਸਾਹਿਬ ਸੀ ਵਿਚਾਰੇ ਚੁੱਪ ਕਰਕੇ ਸੁਣੀ ਗਏ। ਤੇ ਜੇ ਸੰਘੇੜਾ ਸਾਹਿਬ ਨੂੰ ਕਿਹਾ ਹੁੰਦਾ, ਸੰਘੇੜਾ ਸਾਹਿਬ ਛੱਡ ਕੇ ਭੱਜ ਜਾਂਦੇ ਪਾਰਟੀ। ਮੈਂ ਦਾਅਵੇ ਨਾ ਕਹਿ ਸਕਦਾ ਐਡੇ ਅਣਖੀ ਬੰਦੇ ਇਹ ਤਾਂ ਉਹਨਾਂ ਨੂੰ ਡਾਂਟਦੇ ਆ ਜਿਹੜੇ ਸੰਘੇੜਾ ਸਾਹਿਬ ਵਰਗੇ ਅਣਖੀ ਨਹੀਂ ਹੈਗੇ। ਸੰਘੇੜਾ ਇੱਕ ਅਣਖੀ ਬੰਦਾ ਹੈ, ਇਹਨੂੰ ਕਹਿ ਕੇ ਵੇਖੇ ਕੇਜਰੀਵਾਲ ਸ਼ਾਮ ਨੂੰ ਛੱਡ ਦੂ ਪਾਰਟੀ। ਇਹ ਮੈਨੂੰ ਪੂਰਾ ਪਤਾ ਵੀ ਤੁਹਾਡੇ ਕਹਿਣ ਤੇ ਤਾਂ ਉਹਨਾਂ ਨੇ ਫੈਸਲਾ ਲੈਣਾ ਨਹੀਂ। ਸੰਘੇੜਾ ਸਾਹਿਬ ਜਵਾਬ ਦੇ ਦਿਓ, ਇਹ ਤੁਹਾਨੂੰ ਛੇੜਦੇ ਆ, ਇਹ ਮੈਨੂੰ ਲੱਗਦਾ ਤੁਹਾਨੂੰ ਛੇੜ ਰਹੇ ਆ। ਐਵੇਂ ਹੋਰੇ ਪਾਸੇ ਗੱਲ ਲਈ ਜਾਂਦੇ ਆ। ਹਾਂ, ਇਹਨਾਂ ਨੂੰ ਪਤਾ ਆ ਇੱਕ ਲੀਡਰ ਕੀ ਹੁੰਦਾ ਆ। ਸਾਡੇ ਮਹਿਬੂਬ ਨੇਤਾ ਨੇ, ਮੈਂ ਆਖੇ ਛੱਡ ਕੇ ਪਾਸੇ ਹੋ ਜਾਊਂਗਾ ਜਾਂ ਝਿੜਕਾਂਗੇ, ਔਰ ਕੇਜਰੀਵਾਲ ਸਾਹਿਬ ਦੀ ਗੱਲ ਕਰ ਰਹੇ ਆ। ਮਹਿਬੂਬਾ ਤੇ ਮਹਿਬੂਬ ਨੇਤਾ ਨੂੰ ਵੀ ਫਰਕ ਨਹੀਂ ਸਮਝਦਾ। ਕੇਜਰੀਵਾਲ ਸਾਹਿਬ ਨੇ ਕੀ ਕਿਹਾ? ਉਹਨਾਂ ਨੇ ਫੈਕਟ ਕਹੀ ਆ ਗੱਲ ਬਰਾੜ ਸਾਹਿਬ, ਕਿ ਕੰਮ ਤਾਂ ਸਾਡੀ ਸਰਕਾਰ ਅਸੀਂ ਕਰਦੇ ਆ, ਉਹਨਾਂ ਨੂੰ ਕੋਈ ਥ੍ਰੈਟ ਨਹੀਂ ਦਿੱਤਾ ਹੈਗਾ ਕਿ ਇਹਨਾਂ ਨੇ ਵੀ ਸਾਡੇ ਕੋਲ ਕਰਾਉਣੇ ਆ। ਔਰ ਮੈਂ ਤੁਹਾਨੂੰ ਦੱਸ ਦਿੰਦਾ, ਤੁਹਾਨੂੰ ਹਰਾ ਦੇਣਗੇ ਨਾ ਕਰੋ, ਕਰੋਗੇ ਲੋਕਾਂ ਦੇ ਨਾ ਤਾਂ ਡਿਬੇਟ ਨੂੰ ਸਾਈਡ ਟਰੈਕ ਨਾ ਕਰੋ। ਮੈਂ ਤੁਹਾਨੂੰ ਪਤਾ ਹੀ ਆ, ਮੈਂ ਜਲੰਧਰ ਕਿੱਥੇ ਸਰਕਾਰੀ ਡਿਊਟੀ ਦੇ ਰਿਹਾ। ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਵੀ ਤੇ ਕੇਜਰੀਵਾਲ ਸਾਹਿਬ ਦੀਆਂ ਵੀ ਹਦਾਇਤਾਂ ਆ ਕਿ ਜਿਹੜਾ ਕਿਸੇ ਦਾ ਕੰਮ ਹੈ ਉਹ ਏਦਾਂ ਨਹੀਂ ਕਰਨਾ ਵੀ ਕਾਂਗਰਸੀ ਦਾ ਨਹੀਂ ਕਰਨਾ, ਬੀਜੇਪੀ ਦਾ ਨਹੀਂ ਕਰਨਾ, ਜਾਂ ਅਕਾਲੀਆਂ ਦਾ ਨਹੀਂ ਕਰਨਾ। ਜੇ ਉਹਨਾਂ ਦਾ ਕੋਈ ਬੰਦਾ ਆ ਕੰਮ ਮੈਰਿਟ ਤੇ ਕਰਨਾ, ਸਾਰਿਆਂ ਦੇ ਹੀ ਕਰਨੇ ਆ, ਕਿਉਂਕਿ ਸਾਰੇ ਹੀ ਚਾਹੀਦੇ ਆਪਾਂ ਨੂੰ। ਜਿਹਦਾ ਜ਼ਿਕਰ ਕਰ ਰਹੇ ਆ ਨਾ ਸੰਘੇੜਾ ਸਾਹਿਬ, ਜਿਹੜੇ ਬਿਆਨ ਦਾ ਜ਼ਿਕਰ ਕਰ ਰਹੇ ਨੇ ਕਿੰਗਰਾ ਸਾਹਿਬ, ਉਸ ਬਿਆਨ ਨੂੰ ਇਸ ਲਿਹਾਜ਼ ਨਾਲ ਲਿਆ ਗਿਆ। ਸਾਰੀਆਂ ਆਪੋਜੀਸ਼ਨ ਪਾਰਟੀਆਂ ਨੇ ਇਸ ਗੱਲ ਨੂੰ ਇਸ ਲਿਹਾਜ਼ ਨਾਲ ਲਿਆ ਆ। ਉਹਨਾਂ ਨੇ ਕਿਹਾ, ਉਹ ਤਾਂ ਹੁਣ ਵੀ ਕਹਿ ਰਹੇ ਆ ਵੀ ਉਹ ਥ੍ਰੈਟ ਦਿੱਤਾ। ਹੋਰ ਵਿਰੁੱਧ ਕਹਿਣ ਨੂੰ ਹੈ ਨਹੀਂ ਕੁਝ, ਹੋਰ ਵਿਰੁੱਧ ਹੈ ਨਹੀਂ ਨਾ ਕੁਝ ਕਹਿਣ ਨੂੰ, ਅਫਵਾਹਾਂ ਹੀ ਬਣਾਉਣੀਆਂ, ਉਹਨੂੰ ਟਵਿਸਟ ਕਰਨਾ ਗੱਲਾਂ ਨੂੰ। ਟਾਂਡਾ ਸਾਹਿਬ ਹੋਰ ਛੋਟੀ ਗੱਲ ਹੈ, ਛੋਟੀ ਜੀ ਗੱਲ। ਸੈਕਿੰਡ ਮੈਂ ਕਿੰਗਰਾ ਸਾਹਿਬ ਆ ਰਿਹਾ, ਟਾਂਡਾ ਸਾਹਿਬ ਕਾਫੀ ਦੇਰ ਦੇ ਵੇਟ ਜੀ। ਜਿਹੜਾ ਜਰਨਲਿਸਟ ਤੇ ਕੇਸ ਰਜਿਸਟਰ ਕੀਤਾ ਹੈ ਤਾਂ ਖਹਿਰੇ ਤੇ 354 ਲਾਈ ਹੈ, ਉਹ ਕਿਹਦੇ ਹੁਕਮਾਂ ਨਾਲ ਲਾਈ ਹੈ? ਸੰਘਾੜਾ ਸਾਹਿਬ ਦੱਸੋਗੇ ਜਰਾ? ਇੰਨੇ ਕੁ ਤੁਸੀਂ ਇਮਾਨਦਾਰ ਹੋ, ਤੁਹਾਡੇ ਲੇਤਾ ਤੇ ਮਹਿਬੂਬ ਹੈ, ਮਹਿਬੂਬ ਕਹਿ ਕੇ ਮੂੰਹ ਭਰ ਜਾਂਦਾ। ਇਹਨਾਂ ਨੂੰ ਦੱਸੋ ਇਹ ਕਿਉਂ ਕੀਤਾ, ਕਿਹਦੇ ਕਹਤੇ ਕੀਤਾ ਹੈ? ਖਹਿਰੇ ਦਾ ਕੀ ਕਸੂਰ ਸੀ? ਕੀ ਖਹਿਰੇ ਨੇ ਮਾੜਾ ਕੰਮ ਕੀਤਾ ਜਿਹੜਾ ਤੁਹਾਡੇ ਮੰਤਰੀ ਬਾਰੇ ਉਜਾਗਰ ਕੀਤਾ? ਉਹਨੇ ਪਬਲਿਕਲੀ ਡੋਮੇਨ 'ਚ ਨਹੀਂ ਪਾਇਆ, ਗਵਰਨਰ ਨੂੰ ਦਿੱਤਾ ਹੈ। ਤੁਸੀਂ ਆਪਣੇ ਮੰਤਰੀਆਂ ਦੇ ਰਾਹੀਂ ਪਤਾ ਕਰਾ ਲਿਆ। ਕੇਜਰੀਵਾਲ ਜੀ ਕੋ, ਭਗਵੰਤ ਮਾਨ ਜੀ ਕੋਲ ਆ ਕੇ ਉਹ ਮੰਨ ਗਿਆ ਕਿ ਮੇਰਾ ਪਿਛੋਕੜ ਹੈ। ਇੱਕ ਮਾਈਨਰ ਦੇ ਨਾਲ ਕੁਕਰਮ ਕਰਨਾ ਤੁਸੀਂ ਇਹਨੂੰ ਬੜੀ ਬਹਾਦਰੀ ਦੀ ਗੱਲ ਸਮਝਦੇ ਹੋ? ਇਹਨੂੰ ਸਮਝਦੇ ਹੋ ਕਿ ਇਲੈਕਸ਼ਨ ਇਸ਼ੂ ਨਹੀਂ ਬਣੂਗਾ? ਤੁਸੀਂ ਬੇਅਦਬੀ ਚਿੱਟੇ ਦੇ ਉੱਤੇ ਇਲੈਕਸ਼ਨ ਲੜਦੇ ਰਹੇ, ਤੁਸੀਂ ਕਿਹੜੇ ਇਸ਼ੂ ਤੇ ਇਲੈਕਸ਼ਨ ਲੜੀ? ਦੱਸੋ ਮੈਨੂੰ, ਕਿਹੜੇ ਤੇ ਇਲੈਕਸ਼ਨ ਲੜ ਕੇ ਆਏ ਹੋ ਤੁਸੀਂ? ਹੋਰ ਤੁਹਾਡੇ ਕੋਲ ਇਸ਼ੂ ਹੀ ਕੋਈ ਨਹੀਂ ਸੀ। ਫਿਰ ਮਾਫੀਆ ਮੰਗ ਕੇ ਭੱਜਿਆ ਕੇਜਰੀਵਾਲ। ਤੇ ਦੂਜਾ ਤੁਹਾਡਾ ਸੰਜੇ ਸਿੰਘ ਹਲੇ ਵੀ ਤੁਰਿਆ ਫਿਰਦਾ, ਕਚਹਿਰੀ ਦੀ ਅਦਾਲਤਾਂ ਦੀ ਤਰੀਕਾ ਭੁਗਤਦਾ। ਥੋੜਾ ਜਿਹਾ ਨਾ ਜ਼ਮੀਨ ਤੇ ਪੈਰ ਰੱਖੋ, ਤੁਸੀਂ ਉੜਨ ਲੱਗ ਗਏ ਹੋ। ਢਾਂਡਾ ਸਾਹਿਬ, ਮੈਂ ਅਜੇ ਵੀ ਤੁਹਾਡੇ ਪ੍ਰਧਾਨ ਦੀ ਗੱਲ ਕਰਦਾ ਆ, ਸੁਖਵੀਰ ਬਾਦਲ ਸਾਹਿਬ ਦੀ ਗੱਲ ਕਰਦਾ, ਸਾਹਿਬ ਕਹਿ ਕੇ ਗੱਲ ਕਰਦਾ ਜਾਂ ਜੀ ਕਹਿ ਕੇ ਗੱਲ ਕਰਦਾ। ਤੁਸੀਂ ਬੋਲਣਾ ਤਾਂ ਸਿੱਖ ਲਓ। ਤੀਜੀ ਵਾਰੀ ਮੁੱਖ ਮੰਤਰੀ ਬਣੇ ਨੇ ਅਰਵਿੰਦ ਕੇਜਰੀਵਾਲ ਸਾਹਿਬ, ਤੀਜੀ ਵਾਰੀ। ਔਰ ਇੱਕ ਵੀ ਨਵੇਂ ਪੈਸੇ ਦਾ ਇਲਜ਼ਾਮ ਨਹੀਂ ਹੈ ਉਹਨਾਂ ਤੇ। ਤੁਹਾਡੇ ਝੂਠ ਬੋਲਣ ਵਾਲਾ ਕੋਈ ਹੋਰ ਨਹੀਂ ਹੈ, ਇਹ ਮਾਹਰ ਹੈ। ਪਾਰਟੀ ਦੀਆਂ 2.5 ਸੀਟਾਂ ਰਹਿ ਗਈਆਂ। ਇਹਨਾਂ ਨੂੰ ਕੇਜਰੀਵਾਲ ਨੂੰ ਪੁੱਛੋ ਪ੍ਰਾਈਮ ਮਿਨਿਸਟਰ ਨੂੰ ਕਿਵੇਂ ਐਡਰੈਸ ਕਰਦੇ ਆ। ਤਹਿਜ਼ੀਬ ਤਾਂ ਤੁਹਾਨੂੰ ਸਿੱਖਣੀ ਚਾਹੀਦੀ ਹੈ। ਮੈਂ ਮਹਿਬੂਬ ਨੇਤਾ ਹੈਗੇ ਆ, ਭਗਵੰਤ ਮਾਨ ਸਾਹਿਬ ਵੀ ਸਾਡੇ ਮਹਿਬੂਬ ਨੇਤਾ ਆ। ਔਰ ਭਗਵੰਤ ਮਾਨ ਸਾਹਿਬ ਜਦੋਂ ਆਮ ਆਦਮੀ ਪਾਰਟੀ ਸ਼ਾਮਲ ਹੋਏ ਆ, ਚਲੋ ਸਾਰੀਆਂ ਪਾਰਟੀਆਂ ਦੇ ਆਗੂਆਂ ਲਈ ਉਹਨਾਂ ਦੇ ਨੇਤਾ ਮਹਿਬੂਬ ਨੇਤਾ ਹੀ ਹੁੰਦੇ ਆ ਜੀ। ਅਸਲ ਦੇ ਵਿੱਚ ਆਪਾਂ ਇਸ ਵੇਲੇ ਕਰੋੜਾਂ ਦੀ ਆਮਦਨ ਇਸ਼ੂ ਇਹ ਨਹੀਂ ਹੈ। ਇੱਕ ਸੈਕਿੰਡ ਸੰਘੇੜਾ ਸਾਹਿਬ, ਇਸ਼ੂ ਇਸ ਵੇਲੇ ਨਹੀਂ ਹੈ ਵੀ ਕੌਣ ਕਿਹਦਾ ਮਹਿਬੂਬ ਨੇਤਾ ਹੈ। ਇਸ਼ੂ ਇਸ ਵੇਲੇ ਹੈ ਵੀ ਜਲੰਧਰ ਦੇ ਵਿੱਚ ਕਿਉਂ ਇਦਾਂ ਕਿਉਂ ਕਰਦੇ ਆ? ਬਰਾੜ ਸਾਹਿਬ ਮੁੱਦੇ ਤੇ ਰਹਿਣ ਨਾ, ਲੂਜ਼ ਟਾਕ ਕਿਉਂ ਕਰਦੇ ਆ? ਜਦੋਂ ਗੱਲ ਹੋ ਗਈ ਰਿਹਾ ਕਿ ਆਪਾਂ ਜਲੰਧਰ ਦੇ ਦੂਜਿਆਂ ਨੂੰ ਨਹੀਂ, ਇਸ ਤਰੀਕੇ ਨਾਲ ਤਾਂ ਫਿਰ ਬਹਿਸ ਨੂੰ ਜਿੰਨਾ ਮਰਜ਼ੀ ਉਲਝਾ ਲਈਏ, ਜਿਹਦਾ ਕੋਈ ਫਾਇਦਾ ਨਹੀਂ। ਇਸ ਤਰੀਕੇ ਨਾਲ ਤਾਂ ਬਹਿਸ ਨੂੰ ਜਿੰਨਾ ਮਰਜ਼ੀ ਉਲਝਾ ਲਈਏ। ਮੈਂ ਇਹ ਚਾਹਣਾ ਹੈ ਵੀ ਜੇ ਪ੍ਰਚਾਰ ਬੰਦ ਹੋ ਗਿਆ ਤਾਂ ਕਈ ਵਾਰੀ ਐਸੇ ਇਸ਼ੂਜ਼ ਹੁੰਦੇ ਆ ਜਦੋਂ ਲੋਕ ਇਸ ਵੇਲੇ ਬੈਠ ਕੇ ਇਹ ਦੇਖਦੇ ਆ ਕਿ ਚਲੋ ਟੀਵੀ ਤੇ ਜੇ ਕੋਈ ਡਿਬੇਟ ਹੋਊਗੀ ਤਾਂ ਉਸ ਦੇ ਵਿੱਚ ਇਸ਼ੂਜ਼ ਆ ਜਾਣਗੇ, ਕਿਉਂਕਿ ਉਧਰ ਤੇ ਹੁਣ ਬੰਦ ਹੋ ਗਿਆ ਪ੍ਰਚਾਰ। ਪਰ ਫਿਰ ਵੀ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਟੈਲੀਵਿਜ਼ਨ 'ਚ ਤੁਹਾਡੇ ਕੋਲੇ ਇਹ ਗੁੰਜਾਇਸ਼ ਹੁੰਦੀ ਹੈ ਕਿ ਤੁਸੀਂ ਕਰ ਸਕਦੇ ਹੋ ਡਿਸਕਸ, ਔਰ ਜੇ ਉਹ ਇੱਕ ਹੈਲਦੀ ਤਰੀਕੇ ਨਾਲ ਕੀਤੀਆਂ ਜਾਣ ਤਾਂ ਫਿਰ ਜ਼ਿਆਦਾ ਠੀਕ ਰਹਿੰਦਾ ਹੈ।
ਹਨਾ, ਬਜਾਏ ਕਿ ਆਪਾਂ ਇਲਜ਼ਾਮ ਤਰਾਸ਼ੀ ਦੇ ਵਿੱਚ। ਮੈਂ ਤਾਂ ਸਵਾਲ ਹੀ ਇਹ ਪੁੱਛਿਆ ਸੀ, ਮੈਂ ਚੰਨੀ ਸਾਹਿਬ ਤੁਸੀਂ ਬੈਠੇ ਹੋ, ਮੈਂ ਤਾਂ ਸਵਾਲ ਹੀ ਇਹ ਪੁੱਛਿਆ ਵੀ ਕੀ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਨੇ, ਜਿਹੜੀ ਹੁਣ ਆਪਾਂ ਡਿਬੇਟ 'ਚ ਨਹੀਂ ਰੋਕ ਪਾ ਰਹੇ, ਜਿੱਥੇ ਮਤਲਬ ਮੈਂ ਵਿਚਾਲੇ ਬੈਠਾ ਔਰ ਬਾਕੀ ਸਾਰੇ ਬੰਦੇ ਨੇ ਆਸ-ਪਾਸ, ਇਹ ਚੋਣ ਪ੍ਰਚਾਰ ਦੇ ਦੌਰਾਨ ਕਿੰਨੀਆਂ ਜ਼ਿਆਦਾ ਹੋਈਆਂ ਹੋਣਗੀਆਂ? ਬਿਲਕੁਲ ਗੱਲ ਇਹ ਹੈ ਵਿਜੇਪਾਲ ਜੀ, ਚਲੋ ਮੈਂ ਕਹਿ ਦਿੰਦਾ ਸਾਹਿਬ ਸ਼੍ਰੀ ਕੇਜਰੀਵਾਲ ਸਾਹਿਬ। ਨਹੀਂ, ਮੈਂ ਇਹ ਗੱਲ ਨਹੀਂ ਕਰਦਾ, ਉਹ ਤੇ ਚਲੋ ਹਰ ਇੱਕ ਦਾ ਆਪਣਾ ਹਿਸਾਬ ਹੈ ਕਿ ਕੋਈ ਕਿਸੇ, ਮੈਂ ਤਾਂ ਇਹ ਗੱਲ ਨਹੀਂ ਕੀਤੀ। ਮੇਰੇ ਕਹਿਣ ਦਾ ਮਤਲਬ ਉਹ ਤਾਂ ਸਾਰੀਆਂ ਪਾਰਟੀਆਂ ਲਈ ਆਗੂ ਸਨਮਾਨਯੋਗ ਹੁੰਦੇ ਆ, ਹਨਾ, ਸਾਰੇ ਜੀ ਡੈਫੀਨਿਟਲੀ ਹੁੰਦੇ ਨੇ। ਗੱਲ ਇਹ ਹੈਗੀ ਹੈ ਕਿ ਦੇਖੋ ਆਗੂ ਸਾਰੇ ਵਧੀਆ ਨੇ, ਪਾਰਟੀਆਂ ਸਾਰੀਆਂ ਵਧੀਆ ਨੇ, ਪਰ ਲੋਕਾਂ ਨੇ ਇਹ ਦੇਖਣਾ ਹੈ ਵੀ ਜਿਹੜੇ ਪਾਰਟੀਆਂ ਹੈਗੀਆਂ ਨੇ ਤੇ ਜਿਹੜੇ ਆਗੂ ਨੇ ਉਹਨਾਂ ਨੇ ਕੰਮ ਕੀ ਕੀਤਾ, ਪਾਸਟ ਉਹਨਾਂ ਦਾ ਕੀ ਹੈ, ਪ੍ਰੈਜ਼ੈਂਟ ਕੀ ਹੈ, ਕਿਉਂਕਿ ਵੋਟਾਂ ਤਾਂ ਪਾਲਿਸੀਜ਼ ਨੂੰ ਦੇਖ ਕੇ ਪੈਂਦੀਆਂ, ਤੁਹਾਡੇ ਵਿਚਾਰਾਂ ਨੂੰ ਦੇਖ ਕੇ। ਬਿਲਕੁਲ ਬਿਲਕੁਲ। ਹੁਣ ਤੁਸੀਂ ਇਹ ਦੇਖੋ, ਇਹ ਪਹਿਲਾਂ ਤਾਂ ਸਮਾਰਟ ਸਿਟੀ ਬਾਰੇ ਦੱਸ ਦਿੰਦੀ, 13-14 ਮਹੀਨਿਆਂ ਸਰਕਾਰ ਨੇ ਜਲੰਧਰ ਦਾ ਕੀ ਕੀਤਾ, ਤੇ ਇੱਕੋ ਕਿੰਗਰਾ ਸਾਹਿਬ ਨੇ ਕਿਹਾ ਸੀਗਾ ਵੀ ਜਿਹੜੀ ਯੂਨੀਵਰਸਿਟੀ ਬਣਾਉਣੀ ਸਪੋਰਟਸ, ਉਹਦਾ ਕੀ ਕੀਤਾ, ਤੇ ਜਿਹੜਾ ਇਹਨਾਂ ਦਾ ਇਥੋਂ ਕਾਲੀ ਬੇਈਂ ਦੇ ਵਿੱਚ ਮੱਛੀਆਂ ਅਜੇ ਵੀ ਮਰੀ ਜਾਂਦੀਆਂ ਨੇ, ਉਹਦਾ ਕੀ ਕੀਤਾ। ਤੇ ਹੋਰ ਤੁਸੀਂ ਦੇਖੋ, ਇੱਕ ਮੁੱਢਲੀ ਜ਼ਿੰਮੇਵਾਰੀ ਹੁੰਦੀ ਹੈ ਕਿਸੇ ਵੀ ਸਰਕਾਰ ਦੀ, ਲਾਅ ਐਂਡ ਆਰਡਰ ਔਰ ਪਰਸਨਲ ਲਿਬਰਟੀ ਜਿਹੜੀ ਹੈਗੀ ਆ, ਔਰ ਸੇਫਟੀ ਆਫ ਲਾਈਫ। ਉਹਦੇ ਵਿੱਚ ਤੁਸੀਂ ਮੂਸੇਵਾਲੇ ਦੇ ਕੇਸ ਤੋਂ ਲੈ ਕੇ ਸਾਰਾ ਸਾਲ ਪਰ ਲੰਘ ਗਿਆ, ਮਤਲਬ ਕੇਸ ਤੇ ਮਤਲਬ ਮਰਡਰ ਤੇ ਮਰਡਰ, ਚਾਹੇ ਜੇਲ੍ਹਾਂ 'ਚ ਤੇ ਚਾਹੇ ਬਾਹਰ। ਹੁਣ ਤੁਸੀਂ ਦੇਖ ਲਓ ਕਿ ਅੱਜ ਵੀ ਉਹ ਜਿਹੜਾ ਸੁੱਖਾ ਲੁਧਿਆਣੇ, ਉਹ ਵੀ ਮਤਲਬ ਇੱਥੇ ਤਾਂ ਗੈਂਗਸਟਰ ਇੱਕ ਦੂਜੇ ਨਾਲ ਗੱਲ ਕਰਦੇ ਆ, ਸਰਕਾਰ ਨਾਲ ਦੀ ਕੋਈ ਗੱਲ ਨਹੀਂ। ਚਲੋ ਮੈਂ ਇੱਕ ਪਾਸੇ ਹੋਰ ਲੈ ਕੇ ਆਉਣਾ ਚੀਜ਼ ਨੂੰ। ਮੈਂ ਕਿੰਗਰਾ ਸਾਹਿਬ ਆ ਰਿਹਾ ਪਲੀਜ਼, ਮੈਂ ਇਹ ਪੁੱਛਣਾ ਚਾਹੁੰਦਾ ਹੈ ਵੀ ਆਪਾਂ ਜਦੋਂ ਜ਼ਿਕਰ ਕਰਦੇ ਆ, ਅਸੀਂ ਮੈਂ ਬੀਇੰਗ ਏ ਜਰਨਲਿਸਟ ਗੱਲ ਕਰ ਰਿਹਾ ਕਿ ਅਸੀਂ ਜੇ ਚੀਜ਼ਾਂ ਨੂੰ ਦੇਖਦੇ ਆ ਤਾਂ ਨੋ ਡਾਊਟ ਸਰਕਾਰ ਨੇ ਕੀ ਕੰਮ ਕੀਤਾ ਇਹ ਪਹਿਲੇ ਤੌਰ ਤੇ ਆਉਂਦਾ, ਪਰ ਬਹੁਤ ਸਾਰੀਆਂ ਗਿਣਤੀਆਂ ਮਿਣਤੀਆਂ ਜਿਹੜੀਆਂ ਖਾਸ ਕਰਕੇ ਜਲੰਧਰ ਨੂੰ ਲੈ ਕੇ ਚੱਲ ਰਹੀਆਂ, ਕੈਡਰ ਨੂੰ ਲੈ ਕੇ ਚੱਲ ਰਹੀ ਹੈ। ਪਰਫਾਰਮੈਂਸ ਦਾ ਆਪਾਂ ਜ਼ਿਕਰ ਕਰ ਹੀ ਚੁੱਕੇ ਹਾਂ, ਸਰਕਾਰ ਦੀ ਪਰਫਾਰਮੈਂਸ ਨੋ ਡਾਊਟ ਪਹਿਲੇ ਨੰਬਰ ਤੇ, ਫਿਰ ਕੈਡਰ ਦਾ ਜ਼ਿਕਰ ਹੈ, ਫਿਰ ਜਿਹੜਾ ਦਲਿਤ ਭਾਈਚਾਰੇ ਦਾ ਜ਼ਿਕਰ ਹੈ ਕਿ ਉਸ ਇਲਾਕੇ ਦੇ ਵਿੱਚ ਵੱਡੇ ਹੀ ਵੋਟ ਬੈਂਕ ਜਿਹੜਾ ਉਹ ਮੰਨਿਆ ਜਾਂਦਾ ਹੈ, ਡੇਰਿਆਂ ਦਾ ਜ਼ਿਕਰ ਹੈ, ਪਿਛਲੇ ਸਮੇਂ 'ਚ ਡੇਰਿਆਂ ਨੂੰ ਦਿੱਤੇ ਚੈੱਕਾਂ ਦਾ ਜ਼ਿਕਰ ਹੈ, ਹੋਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਤੇ ਇਹ ਚੋਣ ਕੇਂਦਰਿਤ ਹੈ। ਇਹ ਸਾਰੇ ਸੂਤਰਧਾਰ ਨੇ ਇਸ ਚੋਣ ਦੇ ਵਿੱਚ ਕਿਸੇ ਵੀ ਨਤੀਜੇ ਨੂੰ ਕਿਸੇ ਪਾਸੇ ਲਿਜਾਣ ਵੱਲ, ਤੁਸੀਂ ਸਮਝਦੇ ਹੋ? ਗੱਲ ਇਹ ਹੈਗੀ, ਦੇਖੋ ਵਿਜੇਪਾਲ ਜੀ, ਕਿ ਇਹਨਾਂ ਦਾ ਜਦੋਂ ਇਹਨਾਂ ਦਾ ਦਾਅ ਲੱਗੇ ਨਾ 92 MLA ਵਾਲੇ, ਮੈਂ ਮੰਨਦਾ ਕਿ ਜਿਹੜੀਆਂ ਵੱਡੀਆਂ ਪੋਲੀਟੀਕਲ ਪਾਰਟੀ ਸੀ ਉਹਨਾਂ ਦਾ ਹੀ ਸਾਰਾ ਇਹ ਕੰਮ ਮਾੜੇ ਕੀਤੇ ਸੀਗੇ, ਜਿਸ ਕਰਕੇ ਲੋਕਾਂ ਕੋਲੇ ਕੋਈ ਆਪਸ਼ਨ ਨਹੀਂ ਸੀ, ਤੇ ਉਹਨਾਂ ਨੇ ਆਲ ਥਰੂ ਦੀ ਸਟੇਟ ਇੱਕੋ ਹੀ ਪੈਟਰਨ ਤੇ 92 ਬੰਦੇ ਇਹਨਾਂ ਨੂੰ ਦੇ ਦਿੱਤੇ। ਪਰ ਉਹ 92 ਬੰਦਿਆਂ ਨੇ ਸਰਕਾਰ ਬਣਾ ਕੇ ਕੀਤਾ ਕੀ, ਲੋਕ ਇਹ ਦੇਖਦੇ ਨੇ, ਤੇ ਇਹੀ ਇਹਨਾਂ ਕੋਲੇ ਸਵਾਲ ਹੈ। ਹੁਣ ਇੱਕ ਹੋਰ ਤੁਸੀਂ ਦੇਖੋ, ਕਿਸੇ MLA ਨੂੰ ਇਹ ਨਹੀਂ ਪਤਾ ਵੀ ਮੈਨੂੰ ਵੋਟ ਕੌਣ ਪਾ ਗਿਆ, ਤੇ ਕਿਸੇ ਵੋਟਰ ਨੂੰ ਨਹੀਂ ਪਤਾ ਵੀ ਮੈਂ ਕਿਹੜੇ MLA ਨੂੰ ਵੋਟ ਪਾ ਕੇ ਆਇਆ, ਕਿਉਂਕਿ ਕੋਈ ਬੰਦਾ ਇਹਨਾਂ 'ਚ ਕੋਈ ਜਾਣ ਪਛਾਣ ਵਾਲਾ ਚਿਹਰਾ ਹੀ ਨਹੀਂ ਸੀਗਾ। ਉਹ ਤਾਂ ਇੱਕ ਲੋਕਾਂ ਨੇ ਐਂਟੀ ਜਿਹੜੀਆਂ ਐਸਟੈਬਲਿਸ਼ ਪਾਰਟੀ ਨੂੰ ਵੋਟ ਪਾ ਕੇ ਇਹਨਾਂ ਦੇ ਬੰਦੇ ਬਣਾਤੇ। ਉਹ ਹੁਣ ਵੀ ਤੁਹਾਨੂੰ ਮੈਂ ਦੱਸ ਦਿੰਦਾ, ਇਹਨਾਂ ਕੋਲ ਕੋਈ ਕਾਡਰ ਨਹੀਂ ਹੈਗਾ, ਕੋਈ ਵਰਕਰ ਨਹੀਂ ਹੈਗਾ, ਉਹ ਤਾਂ ਇੱਕ ਭੀੜ ਸੀਗੀ, ਭੀੜ ਨੇ ਆ ਕੇ ਉਹਨਾਂ ਕੋਲੇ ਕੋਈ ਰਿਹਾ ਨਹੀਂ ਉਹ ਅਲਟਰਨੇਟਿਵ। ਉਹ ਇਹਨਾਂ ਨੇ ਡੂ ਯੂ ਥਿੰਕ ਵੀ ਇਹਨਾਂ ਨੇ ਕੋਈ ਕੰਮ ਕੀਤੇ ਸੀ ਤਾਂ ਲੋਕਾਂ ਨੇ ਵੋਟਾਂ ਪਾਈਆਂ? ਨਹੀਂ, ਮੈਂ ਇੱਕ ਪਾਰਟੀ ਦੀ ਗੱਲ ਹੀ ਨਹੀਂ ਕਰ ਰਿਹਾ, ਮੈਂ ਤਾਂ ਕਿੰਗਰਾ ਸਾਹਿਬ, ਮੈਂ ਤੇ ਗੱਲ ਇਹ ਕਰ ਰਿਹਾ ਵੀ ਇਹ ਸਾਰੀਆਂ ਚੀਜ਼ਾਂ ਜਲੰਧਰ ਚੋਣ ਦੇ ਵਿੱਚ ਆਧਾਰ ਬਣਨਗੀਆਂ ਕੈਲਕੂਲੇਸ਼ਨ ਦਾ, ਕਿਉਂਕਿ ਵੋਟ ਦੀ ਤਾਂ ਜਿਹੜੀ ਪਰਸੈਂਟੇਜ। ਜੀ ਵਿਜੇਪਾਲ ਜੀ, ਲਤੀਫਪੁਰਾ ਦੇ ਜਿਹੜੇ ਲੋਕਾਂ ਨੇ ਰਾਤਾਂ ਕੱਟੀਆਂ ਹੈ ਬਿਨਾਂ ਛੱਤ ਤੋਂ, ਉਹ ਭੁੱਲ ਜਾਣਗੇ ਜਲੰਧਰ ਦੇ ਲੋਕ? ਤੁਸੀਂ ਮੈਨੂੰ ਦੱਸੋ। ਉਹਦੇ 'ਚ ਸੰਘੇੜਾ ਸਾਹਿਬ ਦਾ ਬੜਾ ਵੱਡਾ ਰੋਲ ਹੈ ਲਤੀਫਪੁਰੇ ਵਾਸਤੇ, ਸੋ ਉਹ ਕਿਵੇਂ ਭੁੱਲਣਗੇ ਲੋਕ? ਇਹ ਗੱਲਾਂ ਸਾਨੂੰ ਸਾਰੀਆਂ ਦੇਖਣੀਆਂ ਪੈਣਗੀਆਂ। ਬਾਕੀ ਸਰਵ ਸ਼੍ਰੀ 108 ਸ਼੍ਰੀ ਕੇਜਰੀਵਾਲ ਜੀ, ਉਹ ਜਿਹੜੇ ਨੇ ਉਹ ਝੂਠਾਂ ਦੀ ਪੰਡ ਨੇ ਭਾਰਤ ਦੇ ਵਿੱਚ। ਇਹ ਤਾਂ ਮੈਂ ਕਹਿ ਸਕਦਾ ਨਾ ਸਰਵ ਸ਼੍ਰੀ ਕੇਜਰੀਵਾਲ ਜੀ ਨੂੰ, ਉਹਨਾਂ ਦਾ ਜੀ ਕਹਿ ਕੇ, ਸਤਿਕਾਰ ਨਾਲ 108 ਸ਼੍ਰੀ ਕਹਿ ਕੇ, ਪਰ ਝੂਠ ਇਹ ਤਾਂ ਨਹੀਂ ਕਹਿ ਸਕਦਾ ਵੀ ਉਹ ਸੱਚੇ ਨੇ। ਉਹ ਝੂਠਾਂ ਦੀ ਪੰਡ ਨੇ, ਪਲ ਪਲ ਤੇ ਝੂਠ ਬੋਲਦੇ ਨੇ, ਪਲ ਪਲ ਤੇ ਸਮਝਦੇ ਨੇ। ਉਹਨਾਂ ਨੇ ਮੈਨੂੰ ਆਪ ਆਖਿਆ ਇੱਕ ਵਾਰੀ, ਕਿੰਗਰਾ ਜੀ ਪੰਜਾਬ ਦੇ ਪਾਣੀਆਂ ਤੋਂ ਕੀ ਲੈਣਾ, ਸਿਆਸਤ ਕਰੀਏ ਆਪਾਂ ਪੰਜਾਬ ਦੇ ਪਾਣੀਆਂ ਤੇ ਆਪਾਂ ਅਸਤੀਫਾ ਦੇ ਕੇ ਬਾਹਰ ਹੋ ਗਏ। ਸੰਘੇੜਾ ਅਣਖੀ ਬੰਦਾ ਸੀ, ਸੰਘੇੜਾ ਉੱਥੇ ਬੈਠਾ ਰਿਹਾ, ਕਿਉਂਕਿ ਸੰਘੇੜੇ ਨੂੰ ਤਾਂ ਉਹਨਾਂ ਨੇ ਆਖਿਆ ਕੁਝ ਨਹੀਂਗਾ, ਪਰ ਜੇ ਸੰਘੇੜੇ ਨੂੰ ਕਿਤੇ ਛੇੜਦੇ ਤੁਸੀਂ ਫੇਰ ਗੱਲ ਉੱਤੇ ਲੈ ਕੇ ਆ ਗਏ, ਕਿਉਂਕਿ ਚਲੋ ਮੈਂ ਕੁਝ ਹੋਰ, ਤੁਸੀਂ ਪੁਰਾਣੀ ਆਪਣੀ ਐਸੋਸੀਏਸ਼ਨ 'ਚ ਚਲੇ ਜਾਂਦੇ ਹੋ। ਸੰਘੇੜਾ ਸਾਹਿਬ, ਹਾਂਜੀ ਸੰਘੇੜਾ ਸਾਹਿਬ, ਮੈਂ ਜਿਹੜੀ ਗੱਲ ਪੁੱਛਣੀ ਚਾਹ ਰਿਹਾ, ਜਿਹੜੀ ਇਹਨਾਂ ਨੇ ਗੱਲ ਕੀਤੀ ਹੈ, ਚਲੋ ਮੈਂ ਇਹਨਾਂ ਦਾ ਰਾਈਟ ਹੈ, ਕੁਝ ਵੀ ਕਹਿ ਸਕਦੇ ਆ।
ਮੇਰੀ ਕੋਸ਼ਿਸ਼ ਇਹ ਹੈ ਕਿ ਮੈਂ ਮੁੱਦੇ ਤੇ ਰਵਾਂ। ਮੈਂ ਤੁਹਾਡੇ ਤੋਂ ਇਹ ਗੱਲ ਪੁੱਛਣੀ ਚਾਹ ਰਿਹਾ ਵੀ ਕੀ ਜਿਹੜੇ ਇਹਨਾਂ ਨੇ ਲਤੀਫ, ਮੈਂ ਉਸੇ ਤੇ ਆ ਰਿਹਾ, ਲਤੀਫਪੁਰੇ ਵਾਲਾ ਜਿਹੜਾ ਇਹਨਾਂ ਨੇ ਜ਼ਿਕਰ ਕੀਤਾ, ਲਤੀਫਪੁਰੇ ਵਰਗੇ ਇਸ਼ੂ ਤੁਸੀਂ ਸਮਝਦੇ ਹੋ ਕਿ ਇਹਨਾਂ ਚੋਣਾਂ ਦੇ ਵਿੱਚ ਪ੍ਰਭਾਵਿਤ ਕਰਨਗੇ? ਬਰਾੜ ਸਾਹਿਬ, ਲਤੀਫਪੁਰੇ ਦਾ ਇਸ਼ੂ ਕੋਈ ਮੁੱਦਾ ਨਹੀਂ ਹੈ ਇਸ ਚੋਣ ਦੇ ਵਿੱਚ। ਮੈਂ ਕੁੰਗਰਾ ਜੀ ਨੂੰ ਪੁੱਛਣਾ ਚਾਹੁੰਦਾ, ਇਹ ਕਿਉਂ ਨਹੀਂ ਲਤੀਫਪੁਰਾ ਜਾ ਕੇ ਆਏ ਇਸ ਚੋਣ ਕੰਪੇਨ ਦੌਰਾਨ? ਲਤੀਫਪੁਰਾ ਦੀ 73% ਜ਼ਮੀਨ ਜਿਹੜੀ ਹੈ ਲੈਂਡ ਮਾਫੀਆ ਲੈ ਗਿਆ ਸੀਗਾ। ਮੈਂ ਔਨ ਮੀਡੀਆ ਤੇ ਔਨ ਰਿਕਾਰਡ ਸਾਬਤ ਕਰਤਾ ਆ, ਜਾਲੀ ਰਜਿਸਟਰੀਆਂ ਫੜੀਆਂ ਆ। ਉਸ ਜਿਹੜੀਆਂ ਜਿਨ੍ਹਾਂ ਨੇ ਜਾਲੀ ਰਜਿਸਟਰੀਆਂ ਕਰਾਈਆਂ ਉਹਨਾਂ ਦੇ ਮੁਕੱਦਮੇ ਦਰਜ ਹੋ ਗਏ ਆ, ਉਹਨਾਂ ਦੇ ਸਟੱਡ ਫਾਰਮ ਨੇ, ਇਹ ਸਾਰਾ ਕੁਝ ਸਾਬਤ ਹੋ ਗਿਆ। ਔਰ ਜਿਹੜੇ ਥੋੜੇ ਲੋਕ ਸੀਗੇ ਜਿਹੜੇ ਬੇਘਰ ਹੋਏ ਆ, ਉਹਨਾਂ ਲਈ ਸਕੀਮ ਬਣਾਤੀ ਹੈ ਸਰਕਾਰ ਨੇ, ਚਾਹੇ ਫਲੈਟ ਲੈ ਲੈਣ ਚਾਹੇ ਪਲਾਟ ਲੈ ਲੈਣ। ਇਹ ਕਦੀ ਵੀ ਨਹੀਂ ਇਹਨਾਂ ਨੇ ਇਦਾਂ ਕਦੀ ਵੀ ਨਹੀਂ ਬਣਾਈ ਹੈ, ਕੋਈ ਮੁੱਦਾ ਨਹੀਂ ਹੈ, ਇੱਕ ਬਿਲਕੁਲ ਹੀ ਮੁੱਦਾ ਨਹੀਂ ਹੈ। ਤਾਂ ਹੀ ਤੁਸੀਂ ਸੁਣਿਆ ਨਹੀਂ ਹੋਣਾ ਨਾ, ਮੈਨੂੰ ਹੁਣ ਜਵਾਬ ਤਾਂ ਦੇਣ ਦਿਓ ਨਾ, ਉਹ ਤੁਸੀਂ ਕਦੀ ਸੁਣਿਆ ਨਹੀਂ ਹੋਣਾ। ਹੁਣ ਗੱਲ ਜਿਹੜੇ ਮੁੱਦੇ ਹੈਗੇ ਆ ਉਹਨਾਂ ਬਾਰੇ ਮੈਂ ਜਵਾਬ ਦਿੱਤਾ ਆ ਕਿ 26,000 ਤੋਂ ਵੱਧ ਨੌਕਰੀਆਂ ਦੇ ਚੁੱਕੇ ਆ ਮੁੱਖ ਮੰਤਰੀ ਸਾਹਿਬ। ਭ੍ਰਿਸ਼ਟਾਚਾਰ ਵਿਰੁੱਧ 1 ਟੱਕ ਤੋਂ ਲੜਾਈ ਸ਼ੁਰੂ ਕੀਤੀ ਹੋਈ ਆ, ਬਿਜਲੀ ਫ੍ਰੀ ਕਰਤੀ ਆ, ਹਸਪੀਟਲ ਸੁਧਾਰੇ ਜਾ ਰਹੇ, ਕਿੰਨੇ ਮੁਹੱਲਾ ਕਲੀਨਿਕ ਖੋਲ ਦਿੱਤੇ ਆ, ਸਕੂਲਾਂ ਦਾ ਸੁਧਾਰ ਕੀਤਾ ਜਾ ਰਿਹਾ। ਸਿੰਗਾਪੁਰ ਪ੍ਰਿੰਸੀਪਲ ਤੇ ਟੀਚਰ ਟ੍ਰੇਨਿੰਗ ਲੈ ਕੇ ਆਏ ਆ, ਬਹੁਤ ਇਦਾਂ ਦੇ ਕੰਮ ਕੀਤੇ। ਇਹ ਚੱਲਣ ਨਾ ਕਿਹੜਾ ਕੰਮ ਨਹੀਂ ਉਧਰ ਆਈ ਨਹੀਂ। ਠੀਕ ਹੈ ਤੁਸੀਂ ਆਪਣੀ ਪਰਫਾਰਮੈਂਸ ਦੱਸਤੀ, ਉਹਨਾਂ ਨੇ ਆਪਣੇ ਵੱਲੋਂ ਤੁਹਾਡੇ ਤੇ ਸਵਾਲ ਚੱਕ ਜੀ। ਇੱਕ ਲਾਈਨ ਹੋਰ, ਜਿਹੜੇ ਵੀ ਇਹ ਲਾਅ ਐਂਡ ਆਰਡਰ ਦੀ ਗੱਲ ਕਰਦੇ ਨਾ ਪੰਜਾਬ 'ਚ ਇਸ ਵੇਲੇ, ਬਾਕੀ ਬਹੁਤ ਸੂਬੇ ਆ, ਉਹ ਸਾਰੇ ਬੀਜੇਪੀ ਦੇ ਸੂਬੇ ਆ ਜਿੱਥੇ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਨਾਲੋਂ ਵੀ ਮਾੜੀ ਆ, ਔਰ ਇਹਨਾਂ ਦੇ ਵੇਲੇ ਇਦੋਂ ਵੀ ਵੱਧ ਕਤਲ ਹੁੰਦੇ ਸੀ। ਇਹ ਮੈਂ ਹੁਣ ਜੇ ਗਿਣਨ ਲੱਗ ਗਿਆ ਤਾਂ ਉੱਧਰਲੇ ਪਾਸੇ ਹੀ ਗੱਲ ਚੱਲ ਜਾਣੀ ਆ। ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਸੁਧਰੀ ਹੈ ਔਰ ਹਰ ਪਾਸਿਓਂ ਸੁਧਾਰ ਹੋ ਰਿਹਾ। ਜਲੰਧਰ ਦਾ ਵੋਟਰ ਨਾਲ ਆ ਸਾਡੇ, ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਪ੍ਰਭਾਵਿਤ ਹੈ। ਇਹ ਕੰਮਾਂ 'ਚ ਨੁਕਸ ਕੱਢਣ, ਇਹ ਭਗਵੰਤ ਮਾਨ ਸਾਹਿਬ ਦੀ ਸ਼ਖਸੀਅਤ 'ਚ ਨੁਕਸ ਕੱਢਣ, ਅਰਵਿੰਦ ਕੇਜਰੀਵਾਲ ਸਾਹਿਬ ਦੀ ਸ਼ਖਸੀਅਤ 'ਚ ਨੁਕਸ ਕੱਢਣ। ਉਦਾਂ ਹੀ ਕਈ ਜਣਾ ਮੈਨੂੰ ਕਹਿੰਦੇ ਸਿਆਸਤ ਕਰੋ, ਸਿਆਸਤ ਤਾਂ ਕਰਦੇ ਹੀ ਆਪਾਂ ਸਾਰੇ, ਅਸੀਂ ਸਿਆਸਤ ਕਰਦੇ ਆ, ਰਵੈਤਮਾ ਕੀ ਕਰਦੇ ਇਹਨਾਂ ਦੇ ਕੰਮਾਂ 'ਚ ਨੁਕਸ, ਕੰਮਾਂ 'ਚ ਇਹਨਾਂ ਦੇ ਕੰਮ ਅੰਦਰ ਦਿਸਦੇ ਕੀ ਹੈ। ਕੰਮ ਜਿਹੜਾ ਉਹ ਬੋਲਦਾ ਸੀ ਹੁਣ ਦਿਸਦਾ ਵੀ ਹੈ। ਬੰਦੇ ਅੰਦਰ ਹੈ। ਚਲੋ ਕਿੰਗਰਾ ਸਾਹਿਬ, ਸਾਡੇ ਕਿੰਨੇ ਬੰਦੇ ਅੰਦਰ ਆ, ਕਿੰਨੇ ਤੁਹਾਨੂੰ ਛੱਡ ਕੇ ਬੀਜੇਪੀ 'ਚ ਚਲੇ ਗਏ। 50 ਲੱਖ ਰੁਪਈਆ ਤੁਹਾਡਾ ਹੀ ਸਾਬਕਾ ਲੀਡਰ ਸੀਗਾ ਜਿਹੜਾ ਰਿਸ਼ਵਤ ਲੈਣ ਚਲਾ ਗਿਆ ਸੀ। ਤੁਸੀਂ ਹੁਣ ਇੱਕ ਮੈਰਿਟ ਤੇ ਗੱਲ ਕਰੋ ਨਾ, ਮੈਰਿਟ ਤੇ ਰਹੀ ਗੱਲ ਜਿਹੜੀ ਇੱਕ ਹੁਣ ਇਹ ਕਹਿੰਦੇ ਕਿਆ ਕੰਮ ਹੋ ਗਿਆ। ਦੇਖੋ ਭਗਵੰਤ ਮਾਨ ਸਾਹਿਬ ਨੇ ਉਹ ਸੰਘੇੜਾ ਯਾਦ ਰੱਖੀ। ਚਲੋ ਮੈਂ ਗੱਲ ਨੂੰ ਦੂਜੇ ਪਾਸੇ ਲੈ ਜਾਣਾ, ਮੈਂ ਗੱਲ ਨੂੰ ਇੱਕ ਹੋਰ ਪਾਸੇ ਜੀ। ਚੰਨੀ ਸਾਹਿਬ ਐਸਆਈਟੀ ਦੀ ਰਿਪੋਰਟ ਆ ਜਾਏਗੀ, ਕਾਰਵਾਈ ਹੋ ਜਾਏਗੀ। ਚਲੋ ਚੰਨੀ ਸਾਹਿਬ ਕੁਝ ਕਹਿਣਾ ਚਾਹ ਰਹੇ ਹੈ, ਠੀਕ ਹੈ ਚੰਨੀ ਸਾਹਿਬ ਤੁਸੀਂ ਆਪਣੀ ਗੱਲ ਕਹਿ ਸਕਦੇ ਹੋ ਜੇ ਮੈਂ ਬਹਿਸ ਤੋਂ ਥੋੜਾ ਜਿਹਾ ਪਾਸੇ ਹਟਾ ਸਕਾਂ ਜੀ। ਹਾਂ, ਇਹ ਜਿਹੜਾ ਕਹਿੰਦੇ ਆ ਨਾ ਵੀ ਮਤਲਬ ਸਾਡੇ ਕੰਮਾਂ ਬਾਰੇ ਪੁੱਛੋ। ਇੱਕ ਤਾਂ ਸਰਦਾਰ ਬਲਕੌਰ ਸਿੰਘ ਜਿਹੜੇ ਸਿੱਧੂ ਮੂਸੇਵਾਲੇ ਦੇ ਫਾਦਰ ਨੇ, ਇੱਕ ਤਾਂ ਉਹਨਾਂ ਨੂੰ ਪੁੱਛ ਲਓ ਵੀ ਕੀ ਹਾਲ ਚਾਲ, ਕਿੱਦਾਂ ਦੀ ਤੁਹਾਡੀ ਸਰਕਾਰ ਤੇ ਕਿੱਦਾਂ ਦੀ ਪਰਫਾਰਮੈਂਸ ਰਹੀ। ਤੇ ਇਹ ਦੱਸਦੇ ਜਿਹੜੇ ਇਹਨਾਂ ਨੇ 92 ਤਾਂ ਪਹਿਲੇ ਡਾਇਮੰਡ ਚੁਣ ਲਏ ਤੇ ਮੁੜ ਕੇ 7 ਇਹਨਾਂ ਨੇ ਐਮਪੀ ਬਣਾਏ। ਉਹ ਐਮਪੀਆਂ ਦਾ ਕੋਈ ਚਿਹਰਾ ਜਾਂ ਐਮਐਲਏ ਦਾ ਚਿਹਰਾ, ਇਹ ਜਿਹੜੀ ਜਿੰਨੀ ਕੰਪੇਨ ਰਹੀ, ਇਲੈਕਸ਼ਨਰੀਅਰਿੰਗ ਹੋਈ, ਉਹ ਤਾਂ ਕਿਤੇ ਦਿਖੇ ਹੀ ਨਹੀਂ। 2-3 ਤਾਂ ਲੋਕਲ ਬੈਠੇ ਨੇ ਇਹਨਾਂ ਦੇ, ਚਾਹੇ ਉਹ ਮਿੱਤਲ ਸਾਹਿਬ ਨੇ, ਚਾਹੇ ਉਹ ਭੱਜੀ ਨੇ, ਤੇ ਚਾਹੇ ਸੀਚੇਵਾਲ ਸਾਹਿਬ ਨੇ, ਤੇ ਚਾਹੇ ਉਹ ਲੁਧਿਆਣੇ ਵਾਲਾ ਜਾਂ ਮਤਲਬ ਹੋਰ ਹੈਗੇ ਨੇ। ਮਤਲਬ ਕਿੱਦਾਂ ਦੇ ਬੰਦੇ, ਕਿਹਨੂੰ ਅਸੀਂ ਪੰਜਾਬ ਦੇ ਕਿੱਦਾਂ ਦੇ ਰਿਪਰੈਜ਼ੈਂਟੇਟਿਵ ਨੇ। ਤੇ ਫਿਰ ਇਹਨਾਂ ਦਾ ਕਿਰਦਾਰ ਦੇਖੋ ਕਿੰਨਾ ਕਿੰਨਾ ਰੌਲਾ ਪਾਇਆ ਇਹਨਾਂ ਨੇ ਕਿ ਜੀ ਆਪਰੇਸ਼ਨ ਲੋਟਸ ਹੋ ਗਿਆ। ਸਾਡੇ ਕੋਲ ਵੀਡੀਓ ਹੈ, ਸਾਡੇ ਕੋਲ ਆਡੀਓ ਹੈ, ਸਾਨੂੰ ਪਤਾ ਨਹੀਂ ਕੀ ਆਫਰ ਕੀਤਾ, ਕਿੱਧਰ ਕੀ ਗੱਲਬਾਤ। ਮਤਲਬ ਇਹ ਤਾਂ ਟਾਈਮ ਤੇ ਪਾਉਂਦੇ ਆ। ਟਾਡਾ ਸਾਹਿਬ ਤੋਂ ਜਵਾਬ ਲੈ ਲਾਂ ਕਾਫੀ। ਟਾਡਾ ਸਾਹਿਬ ਸਰ, ਕੇਜਰੀਵਾਲ ਸਾਹਿਬ ਦਾ ਅਕਸ ਬਹੁਤ ਅੱਛਾ ਹੈ। ਸ਼੍ਰੀਮਾਨ ਜੀ ਨੇ ਸਿਰਫ 45 ਕਰੋੜ ਰੁਪਇਆ ਲਗਾਇਆ, ਸਿਰਫ। ਪਹਿਲੀ ਦੇਖੋ ਆਮ ਆਦਮੀ ਹੈ, 20 ਲੱਖ ਦਾ ਪੜਦਾ, 10 ਲੱਖ ਦੇ ਫਲਸ਼। ਸਰ ਇਹ ਇਸ਼ੂਜ਼ ਹੈ ਇਲੈਕਸ਼ਨ ਦੇ, ਕਿਉਂ ਨਹੀਂ ਇਸ਼ੂਜ਼? ਇਲੈਕਸ਼ਨ ਦੇ ਇਸ਼ੂਜ਼ ਹੈ ਕਿ ਤੁਸੀਂ ਸਿਕਿਉਰਿਟੀ 4 ਗੁਣੀ ਕਿਉਂ ਕੀਤੀ ਹੈ। ਮਾਨਯੋਗ ਸਤਿਕਾਰਯੋਗ ਸਾਡੇ ਮਹਿਬੂਬ ਮੁੱਖ ਮੰਤਰੀ ਸਾਹਿਬ ਜੀ, ਉਹਨਾਂ ਦੇ ਕਿੰਨੇ ਗਨਮੈਨ, ਕਿੱਦਾਂ ਤੁਰਦੇ ਹੈ। ਉਹਨਾਂ ਦੀ ਮਾਨਯੋਗ ਨਵੀਂ ਨਵ ਵਿਵਾਹਿਤ ਧਰਮ ਪਤਨੀ ਕੋਲ ਕਿੰਨੇ ਗਨਮੈਨ, ਉਹਨਾਂ ਦੇ ਮਾਤਾ ਜੀ ਸਤਿਕਾਰਯੋਗ ਕੋਲ ਕਿੰਨੇ ਗਨਮੈਨ, ਤੇ ਕਿਹੜੀਆਂ ਗੱਡੀਆਂ 'ਚ ਤੁਰੇ ਫਿਰਦੇ ਹੈ। ਇਹ ਸਵਾਲ ਲੋਕ ਪੁੱਛਦੇ ਹੈ ਜਿਹੜਾ ਤੁਸੀਂ ਮਜ਼ਾਕ ਕਰਦੇ ਸੀ।
ਤੁਸੀਂ ਕਹਿੰਦੇ ਹੋ ਕਿ ਤੁਹਾਡੇ ਬੜੇ ਜੋ ਭਗਵੰਤ ਮਾਨ ਜੀ ਹੱਕ ਪੈਂਦੀ ਹੈ ਸੁਖਬੀਰ ਨੂੰ ਫਲਾਨਾ ਪੈਂਦਾ, ਇਹ ਲੈਂਗੁਏਜ ਤੁਸੀਂ ਸਾਨੂੰ ਕੰਪੈਲ ਕੀਤੀ ਆ ਬੋਲਣ ਲਈ, ਪਲੀਜ਼ ਮਾਫ ਕਰਨਾ। ਤੁਸੀਂ ਚਿੱਟੇ ਦਾ ਵਪਾਰੀ ਕਿਸੇ ਨੂੰ ਕਹਿ ਕੇ, ਕਿਸੇ ਨੂੰ ਚੋਰ, ਕਿਸੇ ਨੂੰ ਠੱਗ, ਅੱਜ ਤੱਕ ਤੁਹਾਡਾ ਕੋਈ ਵੀ ਸਪੋਕਸਪਰਸਨ, ਜਿੰਨੀ ਡਿਬੇਟ ਇਲੈਕਸ਼ਨ ਤੋਂ ਪਹਿਲਾਂ ਤੋਂ ਇਲੈਕਸ਼ਨ ਬਾਅਦ ਚ ਆਇਆ ਹੈ, ਦੂਜਿਆਂ ਨੂੰ ਗਾਲਾਂ ਕੱਢਣ ਤੋਂ ਇਲਾਵਾ ਤੁਸੀਂ ਅਜੇ ਤੱਕ ਕੀਤਾ ਹੀ ਨਹੀਂ। ਤੁਸੀਂ ਸੈਲਫ ਪ੍ਰੋਕਲੇਮਡ ਇਮਾਨਦਾਰ ਕੋਈ, ਕੌਣ ਕੇਜਰੀਵਾਲ ਨੂੰ ਇਮਾਨਦਾਰ ਕਹਿੰਦਾ ਜਿਹੜੇ ਤੁਹਾਡੇ ਵਲੰਟੀਅਰਸ ਦੇ ਇਲਾਵਾ? ਕੇਜਰੀਵਾਲ ਆਪ ਕਹਿੰਦਾ ਹੈ, ਕੇਜਰੀਵਾਲ ਸਾਹਿਬ ਆਪ ਕਹਿੰਦੇ ਹੈ ਕਿ ਜੇ ਮੈਂ ਬੇਈਮਾਨ ਹੈ ਤਾਂ ਇਮਾਨਦਾਰ ਕੋਈ ਨਹੀਂ। ਸ਼੍ਰੀਮਾਨ ਜੀ, ਜੇ ਕੇਜਰੀਵਾਲ ਸਾਹਿਬ ਇਮਾਨਦਾਰ ਹੈ, ਹਿੰਦੁਸਤਾਨ ਦੀ ਧਰਤੀ ਤੇ ਕੋਈ ਬੇਈਮਾਨ ਜੰਮ ਵੀ ਨਹੀਂ ਸਕਦਾ। ਸੰਘੇੜਾ ਸਾਹਿਬ, ਹੁਣ ਤਾਂ ਅਦਾਲਤ ਨੇ ਕਹਿਤਾ ਆ, ਅਦਾਲਤ ਨੇ ਟਿੱਪਣੀਆਂ ਦੇਤੀਆਂ ਇਹ ਵੀ ਆ ਚੀਜ਼ਾਂ ਸਾਬਤ ਹੀ ਨਹੀਂ ਹੁੰਦੀਆਂ ਜਿਹੜੀਆਂ ਮਨੀਸ਼ ਸਿਸੋਦੀਆ ਜੀ ਸਿਰ ਲਾਈ ਜਾਂਦੇ ਆ। ਵਿਕਰਮ ਜੀ ਬਾਰੇ ਕੋਈ ਅਦਾਲਤ ਬੋਲੀ ਹੈ ਕਿ ਨਹੀਂ? ਗਲਤ ਗੱਲ ਕਰ ਰਹੇ। ਵਿਕਰਮ ਜੀ ਬਾਰੇ ਕੋਈ ਅਦਾਲਤ ਬੋਲੀ ਹੈ ਕਿ ਨਹੀਂ? ਕੇਜਰੀਵਾਲ ਸਾਹਿਬ ਭਾਈ ਨਹੀਂ ਕੋਈ ਵੀ ਮਾਮਲਾ ਨਹੀਂ ਹੈਗਾ। ਮੁੱਖ ਮੰਤਰੀ ਵੈਸੇ ਤੁਸੀਂ ਜਿਹੜਾ ਮੁੱਦਾ ਛੇੜ ਲਿਆ ਆਪਣੇ, ਉਹਦਾ ਇੰਨਾ ਸਮਾਂ ਨਹੀਂ ਬਚਿਆ ਮੇਰੇ ਕੋਲੇ, ਤੇ ਆਖਰੀ 2-3 ਮਿੰਟ ਬਚੇ ਸੀ, ਐਡਾ ਲੰਬਾ ਆਪਾਂ ਜਾ ਨਹੀਂ ਸਕਦੇ। ਇਹ ਇੱਕ ਵੱਖਰੇ ਤੌਰ ਤੇ ਡਿਬੇਟੇਬਲ ਹੈਗਾ। ਪ੍ਰਤਾਪ ਬਾਰੇ ਕੀ ਲਿਖਿਆ ਹਾਈ ਕੋਰਟ ਨੇ, ਉਹ ਅਦਾਲਤਾਂ ਨਹੀਂ ਹੈ। ਇਹ ਇਸ਼ੂ ਇੱਕ ਵੱਖਰੇ ਤੌਰ ਤੇ ਡਿਬੇਟੇਬਲ ਹੈ। ਚਲੋ ਮੈਂ ਛੋਟਾ ਆਖਰੀ ਕਮੈਂਟ, 4 ਕੋਨੀ ਮੁਕਾਬਲੇ 'ਚ ਕੀ ਲੱਗਦਾ ਹੈ ਕਿੰਗਰਾ ਸਾਹਿਬ? ਦੇਖੋ ਜੀ, ਕਾਂਗਰਸ ਸੀਟ ਜਿੱਤ ਰਹੀ ਹੈ, ਆਮ ਆਦਮੀ ਪਾਰਟੀ ਤੀਜੇ ਨੰਬਰ ਤੇ ਆ ਰਹੀ ਹੈ। ਇਹ 2 ਗੱਲਾਂ ਕਰੂੰਗਾ ਮੈਂ। ਠੀਕ ਹੈ, ਤੁਸੀਂ ਨੋਟ ਕਰ ਲਓ, 13 ਤਰੀਕ ਨੂੰ ਮੈਨੂੰ ਸੱਦ ਲਿਓ, ਸੰਘੇੜਾ ਸਾਹਿਬ ਨੂੰ ਵੀ ਸੱਦ ਲਿਓ, ਇਹ ਭੱਜ ਜਾਣਗੇ ਛੱਡ ਕੇ। ਚਲੋ ਦੇਖਦੇ ਹਾਂ ਕਿਹਨਾਂ ਦੀ ਪ੍ਰੈਡਿਕਸ਼ਨ ਸਭ ਤੋਂ ਸਟੀਕ ਬੈਠੇਗੀ। ਇਸ ਕਲਿੱਪ ਨੂੰ ਮੈਂ ਦੁਬਾਰਾ ਚਲਾਉਂਗਾ। ਟਾਂਡਾ ਸਾਹਿਬ, ਸਰ ਇਹ ਕਾਂਗਰਸ, ਆਮ ਆਦਮੀ ਤੇ ਬੀਜੇਪੀ ਤਿੰਨੇ 2-2 ਲੱਖ ਵੋਟਾਂ ਨਾਲ ਜਿੱਤ ਰਹੇ ਆ ਜੀ। ਇਹ 3 MP ਬਣ ਜਾਣੇ ਜੀ ਐਤਕੀ, ਤੇ ਸਿਰਫ ਅਕਾਲੀ ਦਲ ਨੇ ਹਾਰ। ਨਹੀਂ, ਤੁਹਾਡੀ ਆਪਣੀ ਪਾਰਟੀ ਨੂੰ ਲੈ ਕੇ ਕੋਈ ਹੈ ਪ੍ਰੈਡਿਕਸ਼ਨ, ਕੋਈ ਵੋਟਾਂ ਦੀ ਕੋਈ? ਚਲੋ ਇਹ ਤੇ ਮਜ਼ਾਕ ਦੀ ਗੱਲ ਹੋ ਗਈ ਨਾ। ਅਸੀਂ ਗਵਰਨਮੈਂਟਸ ਬਣਾਈ ਹੈ, ਪੰਜਾਬ ਦੇ ਪੋਲਿਟਿਕਸ 'ਚ ਰਹੇ ਹੈ, ਪੰਜਾਬ ਦੀ ਤਰੱਕੀ ਦੇ ਹਿੱਸੇਦਾਰ ਰਹੇ ਹੈ, ਪੰਜਾਬ ਦੇ ਅੱਜ ਜਿੱਥੇ ਖੜਾ ਹੈ ਉਹਦੇ ਵਿੱਚ ਯੋਗਦਾਨ ਅਕਾਲੀ ਦਲ ਦਾ ਜਿੰਨਾ ਕਿਸੇ ਹੋਰ ਪੋਲੀਟੀਕਲ ਪਾਰਟੀ ਦਾ ਨਹੀਂ ਹੈ। ਇਹ ਇੱਕ ਵਾਰ ਜਿੱਤ ਕੇ ਨਾ ਪੈਰ ਨੀਚੇ ਬਟੇਰਾ ਆ ਗਿਆ, ਇਹ ਉਹਨਾਂ ਚੋਂ ਹੈ। ਇਹਨਾਂ ਨੂੰ ਲੱਗੇ ਰਹਿਣ ਦਿਓ, ਮੂੰਹ ਤਾਂ ਕਰਕੇ ਤਿੱਤਰ ਮੰਗੋ, ਪਟੀਲੂ ਕਰੀ ਜਾਣਾ, ਇਹਨਾਂ ਦਾ ਹੋਰ ਹੈ ਕੀ ਇਹਨਾਂ ਕੋਲ? ਚੰਨੀ ਸਾਹਿਬ, ਦੇਖੋ ਇਹ ਵਿਜੇਪਾਲ ਦੀ 4 ਕੋਨੀ ਮੁਕਾਬਲਾ ਹੈ, ਔਰ ਇਸ ਮੁਕਾਬਲੇ ਵਿੱਚ ਜਿਹੜੀ ਸਰਕਾਰ ਹੋਣੀ ਹੈ ਬਹੁਤ ਥਿਨ ਮਾਰਜਨ ਤੇ ਹੋਣੀ, ਔਰ ਸਾਨੂੰ ਇਹਦੀ ਪੂਰੀ ਉਮੀਦ ਹੈ। ਜਿਵੇਂ ਹੁਣ ਉਹ ਮੇਰੇ ਨਾਮ ਤੇ ਕੀ ਕਹਿ ਲਓ, ਚੰਨੀ ਸਾਹਿਬ, ਉਹ ਤਾਂ ਕਹਿੰਦੇ ਜੀ ਬੂਥ ਕੈਪਚਰਿੰਗ ਹੋ ਗਈ। ਕਿਉਂਕਿ ਜਿਹੜਾ ਬੰਦਾ ਇਹ ਕਹੇ ਜੀ ਬੂਥ ਕੈਪਚਰਿੰਗ ਹੋ ਗਈ, ਇਹਦਾ ਮਤਲਬ ਉਹਨਾਂ ਦਾ ਜਿਹੜਾ ਕੌਨਫੀਡੈਂਸ ਹੈਗਾ ਬਹੁਤ ਲੋ ਹੈ। ਤੇ ਟਾਂਡਾ ਸਾਹਿਬ ਮੇਰੇ ਅੱਛੇ ਦੋਸਤ ਨੇ, ਇਹ ਤਾਂ ਵੈਸੇ ਮੰਨ ਕੇ ਕਹਿੰਦੇ ਵੀ ਕੋਈ ਗੱਲ ਨਹੀਂ। ਹੁਣ ਜਿੰਨਾ ਕਿ ਭਾਰ ਇਹਨਾਂ ਦਾ ਹੈਗਾ ਆਪ ਵਾਲਿਆਂ ਦਾ, ਤੇ ਸੈਲਫ ਸਰਟੀਫਿਕੇਸ਼ਨ ਆਫ ਓਨੈਸਟੀ ਹੈ, ਜਦੋਂ ਕਿ ਸਾਰੀ ਦੁਨੀਆ ਕਹਿੰਦੀ ਆ ਵੀ ਇਹ ਇੰਨੇ ਕਰਪਟ ਹੈਗੇ ਨੇ, ਸਿਰੇ ਤੋਂ ਲੈ ਕੇ ਸਿਰੇ ਤੱਕ ਬੜੀ ਉਹ ਲੰਬੀ ਕਹਾਣੀ ਹੈ। ਤੇ ਉਹ ਫਿਰ ਇੱਕੋ ਹੀ ਰਹਿ ਜਾਂਦਾ ਵਿਕਲਪ ਜਿਹੜਾ ਜਲੰਧਰ ਵਾਸਤੇ ਉਹ ਹੈਗਾ ਬੀਜੇਪੀ। ਚਲੋ ਠੀਕ ਹੈ, ਸੰਘੇੜਾ ਸਾਹਿਬ ਤੁਸੀਂ ਵੀ ਆਪਣੀ ਆਖਰੀ ਟਿੱਪਣੀ ਦੇ ਦਿਓ। ਦੇਖੋ ਜੀ, ਫੈਸਲਾ ਤਾਂ ਬਰਾੜ ਸਾਹਿਬ ਲੋਕਾਂ ਦੇ ਹੱਥ 'ਚ ਹੈ। ਬਾਕੀ ਭਗਵੰਤ ਮਾਨ ਸਾਹਿਬ ਜਿੱਤਣਗੇ, ਝਾੜੂ ਜਿੱਤੇਗਾ, ਇਹ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤੇਗਾ ਕਾਫੀ ਲੀਡ ਦੇ ਨਾਲ, ਤੇ ਦੂਜੇ ਨੰਬਰ ਤੇ ਕਾਫੀ ਪਿੱਛੇ ਕਾਂਗਰਸ ਰਹਿ ਜਾਏਗੀ, ਬੀਜੇਪੀ ਤੀਜੇ ਨੰਬਰ ਤੇ। ਮੇਰੀ ਗੱਲ ਨੋਟ ਕਰ ਲਿਓ, ਬੀਜੇਪੀ ਲੀਡਰਾਂ ਨਾਲ ਭਰੀ ਹੋਈ ਪਾਰਟੀ ਤੀਜੇ ਨੰਬਰ ਤੇ 2.5 MLA ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਜ਼ਮਾਨਤ ਜ਼ਬਤ ਬੀਜੇਪੀ ਦੀ ਵੀ ਤੇ ਸ਼੍ਰੋਮਣੀ ਅਕਾਲੀ ਦੇ ਚੌਥੇ ਨੰਬਰ ਤੇ ਰਹੇਗਾ। ਇਹ ਕੋਈ ਵੀ ਦੱਸ ਸਕੇ ਕਿ ਅਸੀਂ ਕਿਹੜਾ ਕੰਮ ਨਹੀਂ ਕੀਤਾ, ਜਿੰਨੇ ਮੈਂ ਕੰਮ ਗਿਣੇ ਆ ਇਹ ਆਲੇ ਵਾਲੀ ਆਪਾਂ ਲੰਬੇ ਨਹੀਂ ਜਾਣਾ। ਮੈਂ ਆਖਰੀ ਕਮੈਂਟ ਲੈਣਾ ਸੀ। ਬੜਾ ਧੰਨਵਾਦ, ਸ਼ੁਕਰੀਆ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਲਈ, ਇਸ ਡਿਬੇਟ ਦੇ ਵਿੱਚ ਹਿੱਸਾ ਲੈਣ ਲਈ। ਖਬਰਾਂ ਦਾ ਸਿਲਸਿਲਾ ਲਗਾਤਾਰ ਨਿਊਜ਼ 18 ਪੰਜਾਬ ਹਰਿਆਣਾ ਤੇ ਜਾਰੀ ਰਹੇਗਾ।